ਖਾਲਸਾ ਜੀ ਦਾ ਸਿਰਜਣਾ ਦਿਵਸ ਹੈ। ਉਸ ਨਾਲ ਸੰਬੰਧਿਤ ਮੈਂ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਅੱਜ ਆਪ ਜੀ ਦੇ ਸਨਮੁਖ ਬੇਨਤੀ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਅਦਬ ਸਹਿਤ ਅਸੀਸ ਬਖਸ਼ ਦੇ ਕੋਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਅਸੀਂ ਪੜ੍ਹ ਰਹੇ ਸੁਣ ਰਹੇ ਸਾਂ ਕਿ ਕਹੋ ਕਬੀਰ ਜਨ ਭੈ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਲਫ਼ਜ਼ੀ ਅਰਥ ਬੜੇ ਸਰਲ ਨੇ ਕਿ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਸਮਝ ਲਿਆ, ਜਾਣ ਲਿਆ, ਉਹ ਜਨ ਖਾਲਸੇ ਹੋ ਗਏ। ਭਾਵਾਂ ਆਪ ਇਹ ਸ਼ਬਦ ਹਰ ਸਾਲ ਵਿਆਖਿਆ ਵਿੱਚ ਹਰ ਗੁਰਦੁਆਰਾ ਸਾਹਿਬ ਵਿੱਚ ਸਰਵਣ ਕਰਦੇ ਹੋ। ਖਾਲਸੇ ਸ਼ਬਦ ਦੇ ਸੰਬੰਧ ਵਿੱਚ ਇੱਥੇ ਕੁਝ ਵਿਦਵਾਨਾਂ ਨੇ ਅਰਥ ਕੀਤੇ ਨੇ। ਖਾਲਸੇ ਦਾ ਅਰਥ ਹੈ ਜਿਹੜਾ ਆਜ਼ਾਦ ਹੋ ਗਿਆ ਹੈ। ਇਹਦਾ ਮਤਲਬ ਉਹਨਾਂ ਨੇ ਖਲਾਸ ਸ਼ਬਦ ਤੋਂ ਜਾਂ ਖਲਾਸੀ ਸ਼ਬਦ ਤੋਂ ਇਹਦੇ ਅਰਥ ਕੀਤੇ, ਕਿਉਂਕਿ ਬਾਣੀ ਵਿੱਚ ਇਹ ਵੀ ਬਚਨ ਹੁੰਦਾ ਹੈ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਖਲਾਸ ਦਾ ਅਰਥ ਆਜ਼ਾਦ ਵੀ ਹੁੰਦਾ ਹੈ। ਜਿਵੇਂ ਆਪ ਜੀ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਬੰਦ ਖਲਾਸੀ ਭਾਣੇ ਹੋਏ, ਉੱਥੇ ਬੰਦ ਦਾ ਅਰਥ ਹੈ ਬੇੜੀਆਂ ਬੰਧਨ, ਤੇ ਖਲਾਸੀ ਦਾ ਅਰਥ ਹੈ ਮੁਕਤੀ ਜਾਂ ਉਹਦੇ ਤੋਂ ਛੁਟਕਾਰਾ ਹੋ ਜਾਣਾ। ਬੰਦ ਖਲਾਸੀ ਭਾਣੇ ਹੋਏ, ਖਲਾਸੀ ਦਾ ਅਰਥ ਹੈ ਆਜ਼ਾਦ, ਮੁਕਤ ਹੋ ਜਾਣਾ, ਬੰਧਨ ਜਿਹੜੇ ਨੇ ਉਹ ਟੁੱਟ ਜਾਣੇ। ਇਹਦੇ ਅਰਥ ਕੁਝ ਵਿਦਵਾਨਾਂ ਨੇ ਕੀਤੇ ਨੇ ਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਹੈ, ਉਹ ਜਨ, ਉਹ ਪ੍ਰਭੂ ਪਿਆਰੇ ਸੱਚ ਇਹ ਵੇ ਕਿ ਵਾਸ਼ਨਾ ਤੋਂ ਮੁਕਤ ਹੋ ਗਏ ਆ। ਦੂਸਰਾ, ਜਦੋਂ ਅਸੀਂ ਖਾਲਸਾ ਲਫ਼ਜ਼ ਦੇ ਅਰਥ ਕਰਨੇ, ਕਿਉਂਕਿ ਸਾਡੇ ਵਿੱਚ ਇਹ ਸ਼ਬਦ ਬਹੁਤ ਵੱਡੀ ਥਾਂ ਬਣਾਈ ਬੈਠਾ ਹੈ ਤੇ ਹੈ ਵੀ। ਜਿਵੇਂ ਖਾਲਸਾ ਪੰਥ, ਅਸੀਂ ਸ਼ਬਦ ਬੜੀ ਵਾਰੀ ਵਰਤਨੇ ਆ ਖਾਲਸਾ। ਥੋੜ੍ਹੀ ਜਿਹੀ ਮੈਂ ਇਸ ਸੰਬੰਧੀ ਬੇਨਤੀ ਕਰਦੇ ਹਾਂ। ਕੁਝ ਵਿਦਵਾਨਾਂ ਨੇ ਖਾਲਸੇ ਦਾ ਅਰਥ ਖਾਲਸ ਤੋਂ ਵੀ ਕੀਤਾ ਹੈ। ਖਾਲਸ ਦਾ ਅਰਥ ਹੈ ਸ਼ੁੱਧ, ਪਿਓਰ, ਜਿਹਨੂੰ ਬਾਣੀ ਦੀ ਰੋਸ਼ਨੀ ਵੀ ਸ਼ਬਦ ਦਈਏ ਤੇ ਜੀਓ ਨਿਰਮਲ ਬਾਹਰੋਂ ਨਿਰਮਲ, ਜਾਂ ਸ਼ਬਦ ਵਰਤੀਏ ਕਿ ਸਚਿਆਰ। ਖਾਲਸਾ ਦਾ ਅਰਥ, ਖਾਲਸ ਦਾ ਅਰਥ ਸ਼ੁੱਧ, ਪਿਓਰ, ਜਿਹਦੇ 'ਚ ਕੋਈ ਮਿਲਾਵਟ ਨਹੀਂ। ਉਂਝ ਵੈਸੇ ਵੈਸਾਖੀ ਤੋਂ ਪਹਿਲਾਂ 1699 ਦੀ ਵੈਸਾਖੀ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਦੇ ਕੁਝ ਹੁਕਮਨਾਮਿਆਂ ਵਿੱਚ ਵੀ ਸਤਿਗੁਰਾਂ ਨੇ ਸ਼ਬਦ ਦੀ ਵਰਤੋਂ ਕੀਤੀ ਹੈ। ਜਿਵੇਂ ਸਤਿਗੁਰੂ ਪੱਟਣ ਦੀ ਸੰਗਤ ਨੂੰ ਹੁਕਮਨਾਮਾ ਲਿਖਦੇ ਆ, ਗੁਰੂ ਤੇਗ ਬਹਾਦਰ ਸਾਹਿਬ ਉਹਦੇ ਵਿੱਚ ਲਿਖਦੇ ਆ, ਸਰਬੱਤ ਸੰਗਤ ਗੁਰੂ ਕਾ ਖਾਲਸਾ ਹੈ। ਇਸ ਸ਼ਬਦ ਦੀ ਵਰਤੋਂ ਪਹਿਲਾਂ ਹੁੰਦੀ ਰਹੀ ਹੈ। ਅਨੇਕਾਂ ਥਾਵਾਂ ਤੇ ਹੁਕਮਨਾਮਿਆਂ ਵਿੱਚ ਖਾਲਸਾ ਲਫ਼ਜ਼ ਦੀ ਵਰਤੋਂ ਕੀਤੀ ਗਈ। ਮੈਂ ਫਿਰ ਬੇਨਤੀ ਕਰਾਂਗਾ, ਇੱਕ ਤਾਂ ਖਾਲਸੇ ਦਾ ਅਰਥ ਕਰਦੇ ਆ ਪਿਓਰ, ਸ਼ੁੱਧ। ਦੂਜਾ, ਖਾਲਸੇ ਦਾ ਵੈਸੇ ਲਫ਼ਜ਼ੀ ਅਰਥ ਇਹ ਹੈ ਕਿ ਉਹ ਭੋਏ, ਉਹ ਜ਼ਮੀਨ ਜਾਂ ਉਹ ਚੀਜ਼। ਵੈਸੇ ਲਫ਼ਜ਼ ਜ਼ਮੀਨ ਵਾਸਤੇ ਹੀ ਵਰਤਿਆ ਜਾਂਦਾ ਸੀ ਕਿ ਜਿਸ ਜ਼ਮੀਨ ਦਾ, ਜਿਸ ਭੋਏ ਦਾ, ਭੂਮੀ ਜਿਹਨੂੰ ਆਪਾਂ ਕਹਿੰਦੇ, ਜਿਸ ਜ਼ਮੀਨ ਭੂਮੀ ਦਾ ਸੰਬੰਧ ਸਿੱਧਾ ਬਾਦਸ਼ਾਹ ਦੇ ਨਾਲ ਹੋਵੇ, ਉਸ ਜ਼ਮੀਨ ਦੇ ਉੱਤੇ ਕਿਸੇ ਵੀ ਰਾਜੇ ਦਾ, ਕਿਸੇ ਵੀ ਚੌਧਰੀ ਦਾ, ਕਿਸੇ ਵੀ ਪਿੰਡ ਦੇ ਪੰਚ ਸਰਪੰਚ ਦਾ ਕੋਈ ਹੱਕ ਨਾ ਹੋਵੇ। ਜਿਸ ਜ਼ਮੀਨ ਦੇ ਟੁਕੜੇ ਦਾ ਸੰਬੰਧ ਸਿੱਧਾ ਹੀ ਬਾਦਸ਼ਾਹ ਨਾਲ ਹੈ, ਤੇ ਉਸ ਜ਼ਮੀਨ ਨੂੰ ਵੀ ਖਾਲਸਾ ਜ਼ਮੀਨ ਕਿਹਾ ਜਾਂਦਾ ਸੀ। ਇਸ ਨੂੰ ਇਹ ਅਰਥ ਬੜੇ ਟੁਕਣਗੇ। ਮੈਂ ਬੇਨਤੀ ਕੀਤੀ ਅਸੀਂ ਪਿਓਰ ਸ਼ਬਦ ਵੀ ਵਰਤਨੇ, ਸ਼ੁੱਧ। ਤੇ ਦੂਜਾ, ਖਾਲਸਾ ਦਾ ਅਰਥ ਜਿਸ ਜ਼ਮੀਨ ਦਾ ਸੰਬੰਧ ਸਿੱਧਾ ਬਾਦਸ਼ਾਹ ਨਾਲ ਹੈ। ਉਂਝ ਭਾਈ ਗੁਰਦਾਸ ਸਾਹਿਬ ਦੂਜੇ ਨੇ ਇੱਕ ਸ਼ਬਦ ਵਰਤਿਆ, ਜਦੋਂ ਅਸੀਂ ਇਹ ਪੜ੍ਹਨੇ ਆ, ਗੁਰਸੰਗਤ ਕੀਨੀ ਖਾਲਸਾ। ਹਾਲਾਂ ਗੁਰੂ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ ਬਾਣੀ ਵਿੱਚ, ਪਰ ਇੱਥੇ ਲਫ਼ਜ਼ ਉਹਨਾਂ ਨੇ ਵਰਤ ਦਿੱਤਾ ਗੁਰਸੰਗਤ ਕੀਨੀ ਖਾਲਸਾ। ਇਸ ਨੂੰ ਥੋੜ੍ਹਾ ਜਿਹਾ ਫਿਰ ਬੇਨਤੀ ਵੀ ਸੁਣਿਓ।
ਇਹਦਾ ਮਤਲਬ ਗੁਰੂ ਨੇ ਸੰਗਤ ਨੂੰ ਖਾਲਸਾ ਬਣਾ ਦਿੱਤਾ। ਉਂਝ ਗੁਰੂ ਨਾਨਕ ਸਾਹਿਬ ਨੂੰ ਜਦੋਂ ਸਿੱਧ ਪੁੱਛਦੇ ਆ ਕਿ ਆਪ ਜੀ ਕੋਲ ਕਿਹੜੀ ਸ਼ਕਤੀ, ਅਜ਼ਮਤ, ਕਰਾਮਾਤ, ਅਸੀਂ ਬੜੀ ਵਾਰੀ ਇੱਥੇ ਵਾਚਿਆ ਕਿ ਉਸ ਤਾਕਤ ਸੰਬੰਧੀ ਸਾਨੂੰ ਵੀ ਕੋਈ ਦੱਸੋ ਕਿ ਉਹ ਸ਼ਕਤੀ ਕਿਹੜੀ ਹੈ, ਕਿ ਜਿਸ ਤਾਕਤ ਕਰਕੇ ਤੁਹਾਡੇ ਸਾਹਮਣੇ ਕੋਈ ਵੀ ਬੰਦਾ, ਭਾਵੇਂ ਉਹ ਅਨਪੜ੍ਹ ਹੈ, ਭਾਵੇਂ ਬਦਮਾਸ਼ ਹੈ, ਠੱਗ ਹੈ, ਚੋਰ ਹੈ, ਗਿਆਨੀ ਹੈ, ਪੰਡਿਤ ਹੈ, ਕਾਜ਼ੀ ਹੈ, ਕੋਈ ਵੀ ਇਨਸਾਨ ਜਿਹੜਾ ਤੇਰੇ ਸਾਹਮਣੇ ਆ ਜਾਂਦਾ, ਸੱਚਮੁੱਚ ਅੰਦਰੋਂ ਉਹ ਤੁਹਾਡੇ ਚਰਨਾਂ ਵਿੱਚ ਝੁਕ ਜਾਂਦਾ। ਉਹ ਸ਼ਕਤੀ, ਉਹ ਤਾਕਤ ਕੀ ਹੈ? ਮਹਾਰਾਜ ਜੀ ਨੇ ਉੱਥੇ ਸ਼ਬਦ ਜਿਹੜਾ ਵਰਤਿਆ, ਉੱਥੇ ਦੋ ਬਚਨ ਕਹੇ। ਇੱਕ ਤਾਂ ਕਿਹਾ ਵੀ ਗੁਰੂ ਸੰਗਤ, ਦੂਜਾ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਸੀ ਬਾਣੀ। ਫਿਰ ਬੇਨਤੀ ਸੁਣਿਓ, ਉੱਥੇ ਭਾਈ ਸਾਹਿਬ ਦੂਜੇ, ਭਾਈ ਗੁਰਦਾਸ ਸਾਹਿਬ ਦੂਜੇ ਦੀ, ਇਹ ਜਿਹੜੀ ਮੈਂ ਪਹਿਲੀ ਤੁਕ ਬੇਨ ਲੱਗਾ, ਇਹ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ, ਜਾਂ ਇਉਂ ਕਹਿ ਲਓ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਗੁਰਦਾਸ ਸਾਹਿਬ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ, ਇਹਨਾਂ ਦੀ ਤੁਕ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰੂ ਕੀ ਸੰਗਤ ਤੇ ਦੂਸਰੀ ਗੁਰਬਾਣੀ, ਇਹਦੇ ਤੋਂ ਬਿਨਾ ਰਾਈ ਜਿਹੜੀ ਸਰੋਂ ਅਸੀਂ ਘਰਾਂ 'ਚ ਵਰਤਨੇ, ਰਾਈ ਸਰੋਂ ਜਿਹੜੀ ਹੁੰਦੀ ਹੈ, ਇਹ ਆਮ ਸਰੋਂ ਨਾਲੋਂ ਬਰੀਕ ਹੁੰਦੀ ਹੈ, ਬਿਲਕੁਲ ਬਰੀਕ ਜੀ। ਸਤਿਗੁਰੂ ਕਹਿ ਰਹੇ ਨੇ ਕਿ ਜਿਵੇਂ ਇੱਕ ਰਾਈ ਸਰੋਂ ਦਾ ਦਾਣਾ ਬਰੀਕ ਹੈ, ਬਿਲਕੁਲ ਸੂਖਸ਼ਮ ਹੈ, ਥੋੜਾ ਹੈ, ਸੱਚ ਇਹ ਵੇ ਕਿ ਮੇਰੀ ਜ਼ਿੰਦਗੀ ਵਿੱਚ ਗੁਰੂ ਸੰਗਤ ਤੇ ਬਾਣੀ ਤੋਂ ਬਿਨਾ ਮੈਂ ਰਾਈ ਦੇ ਦਾਣੇ ਜਿੰਨੀ ਵੀ ਕਿਸੇ ਦੀ ਝਾਕ, ਕਿਸੇ ਦੀ ਟੇਕ ਓਟ ਨਹੀਂ ਲਈ, ਸਿਰਫ ਗੁਰੂ ਸੰਗਤ ਤੇ ਗੁਰਬਾਣੀ ਹੀ ਮੇਰੇ ਲਈ ਕਰਾਮਾਤ ਹੈ। ਇਹਦੇ ਵਿੱਚ ਸਭ ਕੁਝ ਵਰਦਾ ਹੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂ ਕਿ ਇਹ ਜਿਹੜੀ ਗੁਰ ਸੰਗਤ ਕੀਨੀ ਖਾਲਸਾ, ਫਿਰ ਅਸੀਂ ਇਹਨੂੰ ਬਾਣੀ 'ਚੋਂ ਵੇਖਨੇ ਆ ਕਿ ਗੁਰ ਸੰਗਤ ਕੀਨੀ ਖਾਲਸਾ। ਮੈਂ ਅਰਜ਼ ਕੀਤੀ ਖਾਲਸੇ ਦਾ ਅਰਥ ਸ਼ੁੱਧ ਵੀ ਹੈ, ਪਰ ਇਹਦੇ ਅਰਥ ਮੈਂ ਇਉਂ ਕਰਾਂ ਵੀ ਜਿਹਦਾ ਸਬੰਧ ਸਿੱਧਾ ਗੁਰੂ ਦੇ ਨਾਲ ਹੈ। ਉਸ ਦੇ ਕਈ ਕਾਰਨ ਸਨ। ਆਪ ਸਭ ਨੂੰ ਪਤਾ ਹੈ, ਗੁਰੂ ਰਾਮਦਾਸ ਜੀ ਦੇ ਵੇਲੇ, ਇਸ ਤੋਂ ਪਹਿਲਾਂ ਗੁਰੂ ਅਮਰਦਾਸ ਦੇ ਵੇਲੇ 22 ਮੰਜੀਆਂ ਥਾਪੀਆਂ ਗਈਆਂ। ਆਪ ਨੂੰ ਪਤਾ ਹੈ, ਭਾਰਤ ਦੇ 22 ਸੂਬੇ ਸਨ ਉਸ ਵੇਲੇ, ਪੁਰਾਣੇ ਵਿਦਵਾਨ ਇਹੀ ਕਹਿੰਦੇ ਆ, ਤੇ 22 ਸਤਿਗੁਰਾਂ ਨੇ ਮੰਜੀਆਂ ਥਾਪੀਆਂ। ਇਹ 22 ਦੇ 22 ਪ੍ਰਚਾਰਕ ਸਨ। ਪਰ ਯਾਦ ਰੱਖਿਓ, ਇਹ ਮੰਜੀਆਂ ਥਾਪਣ ਦਾ ਅਰਥ ਕੇਵਲ ਆਮ ਬੁਲਾਰੇ ਨਹੀਂ ਸਨ ਸਾਡੇ ਵਰਗੇ। ਅਸੀਂ ਵੀ ਪ੍ਰਚਾਰ ਕਰਨੇ, ਸਟੇਜ ਤੇ ਆਏ, ਬੋਲ ਗਏ। ਇਹ 22 ਉਹ ਆਤਮਦਰਸ਼ੀ ਗੁਰਮੁਖ ਸਨ ਕਿ ਜਿਹੜੇ ਸੱਚਮੁੱਚ ਕਿਸੇ ਦੇ ਅੰਦਰ ਨੂੰ ਜੀ ਦਾਨ ਬਖਸ਼ ਦਿੰਦੇ ਹੁੰਦੇ ਸਨ, ਕਿਉਂਕਿ ਉਹਨਾਂ ਨੂੰ ਸਤਿਗੁਰੂ ਨੇ ਥਾਪਿਆ ਹੈ। ਔਰ ਬਾਣੀ ਵਿੱਚ ਹਜ਼ੂਰ ਨੇ ਕਿਹਾ ਵੀ ਹੈ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ। ਉਹ 22 ਆਤਮਦਰਸ਼ੀ ਗੁਰਮੁਖ ਪਿਆਰੇ ਸਨ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਪ੍ਰਸਾਰ ਲਈ ਉਹਨਾਂ ਨੂੰ ਤੋਰਿਆ। ਗੁਰੂ ਰਾਮਦਾਸ ਜੀ ਦਾ ਵੇਲਾ ਆਇਆ ਤੇ ਉਹਨਾਂ ਨੇ 22 ਮੰਜੀਆਂ ਦੇ ਨਾਲ ਨਾਲ ਮਸੰਦ ਸਿਸਟਮ ਸ਼ੁਰੂ ਕੀਤਾ। ਮੈਂ ਆਪ ਨੂੰ ਬੇਨਤੀ ਕਰ ਲਗਾ, ਗੁਰ ਸੰਗਤ ਕੀਨੀ ਖਾਲਸਾ, ਕਿਉਂਕਿ ਸਾਡੇ ਮਨ 'ਚ ਆਏਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਿਰਫ ਅਕਾਲ ਦੀ ਪੂਜਾ ਕਰਨੀ, ਤੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਕਿਹੜੀ ਥਾਂ ਦੂਜੀ ਕਹੀਏ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੂਕ ਕੂਕ ਕੇ ਕਹਿੰਦੀ ਪੂਜਾ ਕੇਵਲ ਪਰਮਾਤਮਾ ਦੀ ਕਰਨੀ ਹੈ। ਕਿਉਂਕਿ ਫਿਰ ਇਸ ਗੱਲ ਨੂੰ ਥੋੜਾ ਜਿਹਾ ਆਪਾਂ ਨਿਖਾਰ ਸਕੀਏ, ਵਿਚਾਰ ਰੱਖੀ। ਹੁਣ ਜੇ ਕਹੀਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਿਰਫ ਪੂਜਾ ਰੱਬ ਦੀ, ਤੇ ਆਪ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਰੰਭਤਾ ਹੀ ਇੱਕ ਓੰਕਾਰ ਤੋਂ ਕੀਤੀ ਹੈ। ਇਸ ਦੇ ਅਰਥ ਹੀ ਇਹ ਬਣਦੇ, ਅਸੀਂ ਜਾਣਦੇ ਹਾਂ, ਇੱਕ ਜਿਹੜਾ ਸਰਵ ਵਿਆਪਕ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਉਸ ਤੋਂ ਪਹਿਲਾਂ ਗੁਰੂ ਸਾਹਿਬ ਖੁਦ ਬਾਣੀ 'ਚ ਕਹਿੰਦੇ ਆ, ਏਕੋ ਜਪ ਏਕੋ ਸਲਾਹ। ਗੁਰੂ ਅਰਜਨ ਸਾਹਿਬ ਜੀ, ਗੁਰੂ ਨਾਨਕ ਸਾਹਿਬ ਕਹਿੰਦੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ। ਮਹਾਰਾਜ ਕਹਿੰਦੇ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਸ ਤੋਂ ਪਹਿਲਾਂ ਇੱਕ ਦੀ ਪੂਜਾ ਤੇ ਜ਼ੋਰ ਦਿੱਤਾ, ਕਿਤੇ ਕੀਰਤਮ ਦੀ ਪੂਜਾ ਲਈ ਨਹੀਂ ਕਿਹਾ। ਕੀਰਤਮ ਦੀ ਪੂਜਾ ਨਿਸ਼ੇਧ ਵੀ, ਕਿ ਆਪ ਕੀਰਤਮ ਲਫ਼ਜ਼ ਆਪਾਂ ਸਮਝਨੇ ਨਾ, ਕੀਰਤਮ ਦਾ ਅਰਥ ਹੈ ਰੱਬ ਦੇ ਕੀਤੇ ਹੋਏ ਦੀ ਪੂਜਾ ਕਰਨੀ ਤੇ ਕਰਨ ਵਾਲੇ ਨੂੰ ਛੱਡ ਦੇਣਾ। ਕਿਉਂਕਿ ਕਈ ਲਫ਼ਜ਼ ਅੱਜ ਕੱਲ੍ਹ ਜਿਹੜੇ ਅਸੀਂ ਆਮ ਵਰਤਨੇ ਆ, ਜੇ ਹੁਣ ਮੈਂ ਸ਼ਬਦ ਕੀਰਤਮ ਵਰਤਿਆ, ਹੋ ਸਕਦਾ ਆਮ ਸੱਜਣ ਜਿਹੜੇ ਇੱਥੋਂ ਦੇ ਬੱਚੇ ਨੇ ਖਾਸ ਕਰਕੇ, ਉਹਨਾਂ ਨੂੰ ਕੀਰਤਮ ਲਫ਼ਜ਼ ਦਾ ਨਾ ਪਤਾ ਹੋਵੇ।
ਇੱਥੇ ਹੋਰ ਮੈਂ ਬੇਨਤੀ ਕਰਾਂਗਾ, ਇੱਕ ਬਾਣੀ ਸ਼ਬਦ ਆਉਂਦਾ ਦਾਤ, ਦਾਨ, ਇੱਕ ਸ਼ਬਦ ਆਉਂਦਾ ਹੈ ਦਾਤਾ। ਆਪ ਸੋਹਿਲਾ ਸਾਹਿਬ ਵਿੱਚ ਪੜ੍ਹਦੇ ਹੋ, ਇੱਕ ਦਾਤਾ ਤੇ ਇੱਕ ਦਾਤ। ਤੇਰਾ ਦਾਨੈ ਕੀਮਤ ਨਾ ਪਵੈ। ਦਾਨੈ ਹੈ ਕਿਰਤਮ, ਜੋ ਉਹਨੇ ਬਣਾਇਆ, ਜੋ ਉਹਨੇ ਪੈਦਾ ਕੀਤਾ, ਜੋ ਦਿੱਤਾ। ਤੇਰਾ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸੁਮਾਰ। ਫਿਰ ਬੇਨਤੀ ਹੈ, ਉਸ ਨੂੰ ਛੱਡ ਦੇਣਾ ਜਿੰਨੇ ਬਣਾਇਆ ਹੈ, ਤੇ ਬਣੀ ਕੋਈ ਚੀਜ਼ ਦੀ ਪੂਜਾ ਕਰਨ ਲੱਗ ਪਏ। ਜਿਵੇਂ ਅਸੀਂ ਬਾਣੀ 'ਚ ਕਹਿੰਦੇ ਹਾਂ, ਜੋ ਕੁਝ ਖੰਡ ਬ੍ਰਹਿਮੰਡ ਨੇ ਇਹ ਪਰਮਾਤਮਾ ਨੇ ਬਣਾਏ ਨੇ। ਹੁਣ ਇੱਕ ਬੰਦਾ ਰੁੱਖ ਦੀ ਪੂਜਾ ਕਰ ਰਿਹਾ ਹੈ, ਪਰ ਗੁਰੂ ਸਾਹਿਬ ਕਹਿੰਦੇ ਆ ਤੂੰ ਉਹਨੂੰ ਕਿਉਂ ਨਹੀਂ ਪੂਜਦਾ ਪਿਆ ਜਿਹਨੇ ਰੁੱਖ ਨੂੰ ਪੈਦਾ ਕੀਤਾ ਹੈ। ਇਹਦਾ ਮਤਲਬ ਜਿਸ ਨੇ ਬਣਾਇਆ ਹੈ ਉਹਨੂੰ ਛੱਡ ਦਿੱਤਾ। ਇਹਦੇ ਬਾਰੇ ਗੁਰੂ ਸਾਹਿਬ ਨੇ ਇੱਕ ਬਚਨ ਵੀ ਕਿਹਾ, ਹਜ਼ੂਰ ਨੇ ਫਰਮਾਇਆ, ਕੀਤੇ ਕੋ ਮੇਰਾ ਸਮਾਨ ਹੈ। ਮੈਂ ਥੋੜਾ ਜਿਹਾ ਲਫ਼ਜ਼ ਵੀ ਕੀਰਤਮ ਪੂਜਾ ਕੀ ਹੈ, ਮੇਰੇ ਮਨ ਸੇ ਵੀ ਅੱਜ ਇਹ ਸੀ ਭਾਈ ਸਾਹਿਬ ਹੁੰਦੇ ਪੜ੍ਹ ਰਹੇ ਸਨ, ਕਉ ਕਬੀਰ ਜਨ ਭਏ ਖਾਲਸੇ, ਤੇ ਮਨ ਚ ਹੈ ਵੀ ਇਸੇ ਲਫ਼ਜ਼ ਸੰਬੰਧੀ ਖਾਲਸਾ ਜਿਹੜਾ ਹੈ, ਸੰਗਤ ਖਾਲਸਾ ਕਿਵੇਂ ਬਣ ਗਈ, ਕਿ ਉਸ ਤੋਂ ਪਹਿਲਾਂ ਪਿਓਰ ਸ਼ੁੱਧ ਨਹੀਂ ਸਨ। ਬਸ ਇਹ ਨੁਕਤੇ ਨੂੰ ਆਪ ਨਾਲ ਸਾਂਝਾ ਕਰਨਾ ਹੈ। ਹਜ਼ੂਰ ਦਾ ਬਚਨ, ਕੀਤੇ ਕੋ ਮੇਰਾ ਸਮਾਨ ਹੈ। ਉਂਝ ਬਾਣੀ ਚ ਮੇਰਾ ਲਫ਼ਜ਼ ਦਾ ਅਰਥ ਮਮਤਾ ਨਾਲ ਆਇਆ, ਮੇਰੀ ਨਾਲ, ਜਿਹਨੂੰ ਕਹਿੰਦੇ ਆਪਣਤ, ਮਮਤਾ ਸ਼ਬਦ। ਜਿਵੇਂ ਕਹਿੰਦੇ ਜਬ ਲਗ ਮੇਰੀ ਮੇਰੀ ਕਰੇ, ਇੱਥੇ ਕੀਤੇ ਕੋ ਮੇਰਾ, ਇੱਥੇ ਮੇਰੇ ਦਾ ਲਫ਼ਜ਼ੀ ਅਰਥ ਮੇਰਾ ਨਹੀਂ, ਜਿਵੇਂ ਮੈਂ ਤੋਂ ਮੇਰਾ ਨਹੀਂ। ਇੱਕ ਲਫ਼ਜ਼ ਹੈ ਮੇਰੂ, ਹਿੰਦੀ ਵਿੱਚ ਅਸੀਂ ਪੜ੍ਹਦੇ। ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਸਮੇਰ, ਮੇਰ ਦਾ ਲਫ਼ਜ਼ੀ ਅਰਥ ਹੈ ਪਹਾੜ। ਇੱਕ ਤਾਂ ਹੋਰ ਵੀ ਵਚਨ ਹੁੰਦਾ, ਤੂੰ ਮੇਰੋ ਮੇਰ ਪਰਬਤ ਸੁਆਮੀ। ਮੇਰੋ ਮੇਰ ਸ਼ਬਦ ਵੀ ਵਰਤਿਆ ਤੇ ਪਰਬਤ ਵੀ ਵਰਤੇ, ਜਿਵੇਂ ਲੱਭ ਤੇ ਲੋਹ ਵੀ ਹੈ। ਇੱਥੇ ਜਿਹੜਾ ਸ਼ਬਦ ਆਇਆ ਕੀਤੇ ਕੋ ਮੇਰਾ, ਇੱਥੇ ਮੇਰੇ ਦਾ ਅਰਥ ਮੇਰਾ ਆਪਣਾ ਨਹੀਂ, ਇੱਥੇ ਮੇਰੇ ਦਾ ਅਰਥ ਹੈ ਪਹਾੜ। ਕਿ ਕੀਤੇ ਕੋ ਮੇਰਾ ਸਮਾਨ ਹੈ, ਜਿਹੜੀ ਚੀਜ਼ ਪਰਮਾਤਮਾ ਨੇ ਕੀਤੀ ਬਣਾਈ ਉਹਨੂੰ ਤਾਂ ਪਹਾੜ ਦੀ ਤਰ੍ਹਾਂ ਸਮਝਣਾ, ਵੀ ਪੁੱਛੋ ਕੋਈ ਨਹੀਂ ਬੜੀ ਵੱਡੀ ਹੈ ਜੀ, ਇਹਦੇ ਬਾਰੇ ਸਿਫਤਾਂ ਕਰਨੀਆਂ। ਕਰਨਹਾਰ ਤ੍ਰਿਣ ਜਾਣੈ, ਤੇ ਜਿਸ ਨੇ ਬਣਾਈ, ਕਰਨਹਾਰ ਦਾ ਅਰਥ ਜਿਸ ਨੇ ਕੀਤੀ, ਜਿਹਨੇ ਬਣਾਈ। ਤ੍ਰਿਣ ਦਾ ਅਰਥ ਹੈ ਤੀਲਾ, ਤਿਣਕਾ। ਜਿਹੜੀ ਚੀਜ਼ ਇਉਂ ਸਮਝੋ ਪਰਮਾਤਮਾ ਨੇ ਦਾਤ ਦਿੱਤੀ, ਦਾਤ ਤਾਂ ਬਣਾ ਦਿੱਤੀ ਪਹਾੜ ਜਿੱਡੀ ਵੱਡੀ ਤੇ ਕੀਮਤੀ, ਤੇ ਦੇਣ ਵਾਲੇ ਦਾਤੇ ਨੂੰ ਤੀਲੇ ਦੀ ਤਰ੍ਹਾਂ ਸਮਝਿਆ। ਇਹਦੇ ਭਾਵ ਅਰਥ ਇਹ ਨੇ ਕਿ ਕੀਰਤਮ ਦੀ ਕੀਮਤ ਜਾਣਨੀ, ਤੇ ਜਿਹਨੇ ਕੀਤਾ ਹੈ ਉਹਦੀ ਵੈਲਿਊ ਕੋ ਨਾ ਜਾਣ। ਸਿੱਧੇ ਜੇ ਸ਼ਬਦ ਕੀਤੇ ਕੋ ਮੇਰਾ ਸਮਾਨ ਹੈ, ਕਰਨਹਾਰ ਤ੍ਰਿਣ ਜਾਣੈ, ਕਰਨ ਵਾਲੇ ਨੂੰ ਸਿਰਫ ਤਿਣਕਾ ਬਣਾ ਕੇ ਰੱਖ ਦਿੱਤਾ। ਮੈਂ ਆਪ ਨੂੰ ਫਿਰ ਬੇਨਤੀ ਕਰ ਲੱਗਾ ਕਿ ਇੱਕ ਦੀ ਪੂਜਾ, ਕੀਰਤਨ ਦੀ ਪੂਜਾ ਕਿਤੇ ਨਹੀਂ ਸਵੀਕਾਰੀ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿੱਚ, ਮੈਂ ਇੱਕ ਵਾਰ ਇੱਥੇ ਆਪ ਨੂੰ ਪਤਾ ਅਰਜ਼ ਕੀਤੀ ਸੀ ਇਸੇ ਸਟੇਜ ਤੇ, ਕਿ ਗੁਰੂ ਸਾਹਿਬ ਨੇ 3 ਸ਼ਬਦ ਕਹਿ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਇਹ ਸਾਰੇ ਸ਼ਬਦ ਅਸੀਂ ਕਹਿੰਦੇ, ਤੇ ਇਹ ਵੀ ਹੈ ਕਿ ਕਿਹਾ ਜਾਂਦਾ ਹੈ ਸਤਿਗੁਰਾਂ ਨੇ ਸ਼ਬਦ ਨਦੇੜ ਦੀ ਧਰਤੀ ਤੇ ਸਾਰੀ ਗੁਰਮਤ ਨੂੰ ਆ 6 ਲਫ਼ਜ਼ਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਰੋ ਕੇ ਬੰਦ ਕਰਕੇ ਰੱਖ ਦਿੱਤਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਪੂਜਾ ਦਾ ਅਰਥ ਉਪਾਸਨਾ, ਇਬਾਦਤ, ਬੰਦਗੀ, ਸੇਵਨਾ, ਜਿਹਨੂੰ ਯਾਦ ਕਰਨਾ। ਮਹਾਰਾਜ ਨੇ ਸ਼ਬਦ ਵਰਤਿਆ ਅਕਾਲ, ਜਿਹਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ। ਅਗਲਾ ਸ਼ਬਦ ਹੈ ਪਰਚਾ। ਹੁਣ ਪਰਚਾ ਲਫ਼ਜ਼ ਜਿਹੜਾ ਹੈ, ਇੱਕ ਤਾਂ ਸਿੱਧਾ ਜਿਹਾ ਆਪਣੇ ਪੰਜਾਬ ਸ਼ਬਦ ਪਰਚਾ ਵਰਤਨੇ ਆ, ਪਰਚਾ ਪੈ ਜਾਣਾ, ਐਗਜ਼ਾਮ ਦੇਣਾ ਨਾ। ਇੱਕ ਲਫ਼ਜ਼ ਹੈ ਪ੍ਰੀਚੈ, ਪ੍ਰੀਚੈ ਦਾ ਅਰਥ ਹੈ ਜਾਣਕਾਰੀ। ਫਿਰ ਬੇਨਤੀ ਹੈ ਪ੍ਰੀਚੈ, ਪਰਚਾਇਣ ਸ਼ਬਦ ਵੀ ਬਾਣੀ ਚ ਆਉਂਦਾ। ਪਰਚਾ ਸ਼ਬਦ ਕਾ ਦਾ ਅਰਥ ਹੈ ਅਭਿਆਸ, ਜਿਹੜਾ ਹੈ ਜਾਣਕਾਰੀ, ਜਿਹੜੀ ਹੈ ਸਮਝ, ਜਿਹੜੀ ਹੈ। ਜੇ ਅਕਾਲ ਨੂੰ ਪੂਜਣਾ, ਜਿਹੜਾ ਹਾਈ ਟਾਈਮਲੈਸ ਨਿਰਗੁਣ ਨੂੰ ਕਿਵੇਂ ਪੂਜਾਂਗੇ, ਜਿਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਕੁਛ ਵੀ ਨਹੀਂ, ਉਹਦੀ ਪੂਜਾ ਕਰਨੀ, ਉਹਨੂੰ ਸੇਵਣਾ ਕੋਈ ਛੋਟੀ ਜੀ ਗੱਲ ਹੈ। ਜਿਹਦਾ ਹੈ ਹੀ ਕੁਛ ਨਹੀਂ, ਰੂਪ ਨਾ ਰੰਗ ਨਾ ਰੇਖ ਕੇ ਚਿਤਰੋਂ ਗੁਣ ਤੇ ਪ੍ਰਾਪਿਨ, ਇਹਦੇ ਵਿੱਚ ਸਾਰੇ ਗੱਲ ਕਹਿ ਦਿੱਤੇ। ਨਾ ਉਹਦਾ ਰੂਪ ਹੈ, ਸ਼ਕਲ ਹੈ ਸਾਡੀ ਤਰ੍ਹਾਂ, ਨਾ ਉਹਦਾ ਕੋਈ ਰੰਗ ਹੈ, ਨਾ ਸਾਂਵਲਾ, ਨਾ ਉਹ ਕਾਲਾ, ਨਾ ਉਹ ਚਿੱਟਾ, ਨਾ ਪੀਲਾ। ਹਾਲਾਂਕਿ ਬਾਣੀ ਵਿੱਚ ਸਰਗੁਣ ਰੂਪ ਵਿੱਚ ਇਹਨੂੰ ਕਾਲਾ ਵੀ ਕਹੇ, ਸਾਵਲ ਸੁੰਦਰ ਰਾਹ ਮਈਆ ਮੇਰਾ ਮਨ ਲਾਗਾ ਤੋਏ।
शाम सुंदर तज नींद क्यों आई। बड़े सौखे जे है, डूंगे लफज सरल शब्दां च वरतांगा, मेरी भी समझे पै जाए। मैं आप नूं बेनती कर लगा, जिहदा रूप कोई नहीं, रेख कोई नहीं, रंग कोई नहीं, पर नाल गुरु साहब कहंदे नहीं, जिहदे उत्ते किरपा करे ये सारी गल उहनूं समझा भी दिंदा है। अरूप ना रेख ना रंग किछ, त्रों गुण ते प्रभ भिन्न, तिसै बुझाए नानका जिस होवै सो प्रसन्न। हुण देखो, एक पासे कह दिता ना रूप ना रेख ना रंग, कुछ भी नहीं, पर नाल एक बख्शिश कर दिती, जिहदे ते तेरी किरपा हो जाए, जिहदे ते तुसी सो प्रसन्न हो जो, मेहर करो। सच एवे तुसी ओनू समझा देंदे हो, ओदी होंद जरूर है, पर साडी तरह इसका दृष्टमान भी नहीं। होर बेनती, बाणी दो पा कहंदी, एक निर्गुण एक सरगुण। ये भी आपां सुखमनी साहिब च पढ़े, सरगुण निर्गुण, तीजा शब्द निरंकार, सुन समाधि आप। ये इस तुक नूं 21ਵੀਂ अष्टपदी का श्लोक है जी, आप पाठ करते हो। वो सरगुण भी है, वो निर्गुण भी है, वो निराकार भी है, वो सुन भी है, तो समाधि विच वो आप है। हुण इन्ने जिहड़े शब्द सतगुरां ने वरते ने धुर की बाणी चों, इहदा कोई डूंगा अर्थ है। महाराज कहते सरगुण भी है, निर्गुण भी है, निराकार भी है, सुन समाधि आप। सरगुण निर्गुण निरंकार सुन समाधि आप, आपन किया नानका आपे ही फिर जाप। अपना कीता। हुण जिन्ने असीं बैठे हैं, एक बार सारे कहने सब विच राम की अंश है, कहो कबीरे राम की अंश, आत्मा परमात्मा दी अंश है। हुण जेड़ी ओदी अंश है, ओदा आपा है, अपना आपा आपे नूं जपी जा रहा है, अपना अंदर उस नूं आपे जप रहा है। उंज वैसे जिन्नी कोई समझ दाते दिती, जिन्नियां असीं जिन्ने बैठे हैं, कि सरगुण दे विच निर्गुण काम नहीं कर रहा। आ दिसदा शरीर है, पर इनू अन दिसदा कोई चला रहा है। जदों अन दिसदा दिस दे विचों निकल जाता है, तो दिसदा होया मिट्टी हो जाता है। चला रहे हैं ना असी, ठीक है, गड्डियां कंप्यूटर सब कुछ चलाते हो। गुरमुखो कोई अदृष्ट एनर्जी भी है ना, जिहड़ी उहदे विच सारी काम करदी पई है, वो ताकत है। आ रुख दिसदा दृष्टमान है, पर वो कौन है अदृष्ट जिहड़ा इहदा विकास करदा पिया है। मैं बेनती करांगा, हर दृष्टमान चीज़ जिहड़ी चेतन है, जड़ भी है भावें, उहदे अंदर अदृष्ट वो काम कर रहा है। खैर मैं विषय तो बिल्कुल दूर ना जावां कि शब्द जिहड़ा है ही अकाल, समा तो रहत है, जिहदा रूप रेख कोई नहीं, उहनूं किवें जपीए। गुरु गोबिंद सिंह जी ने कहा, उहनूं जपना ते शब्द दा परचा, शब्द नाल परिचय, शब्द नाल जानकारी। हुण शब्द मैं आप नाल बड़ी वारी इत्थे सांझ पाई, क्योंकि मैनूं 26 साल हो चलिया, तकरीबन 25-26 साल निरंतर आप दे दर्शन करदे हां। ते मैं एक तजर्बा कीता है कि बाणी भावें मैं हर साल बोलां, कदी प्रमाण फिक्का नहीं पैंदा, क्योंकि सतगुरु नित नवां है। ये तो साडे ते निर्भर करता है, जिदन अंदर किते टिकिया होवे, मैल तो रहत होवे, जिन्ना आनंद उदन शब्द पढ़न दा हुंदा है। कई बारी खिंडिया होया मन वो आनंद नहीं लैंदा हुंदा। शब्द तो होई है, बाणी तो होई है। मैं आप नूं एक बार बेनती कीती सी कि शब्द गुरु ग्रंथ साहिब विच बहुत डूंगा है। भावें मैं भी असीं सारे कहने शब्द गुरु जी कहना भी चाहिए है, तो आप जी के सन्मुख अर्ज की सी, पूरे गुरु ग्रंथ साहिब च सतगुरां ने हज़ारां शब्द वरते आ, पर सरलेख सतगुरां ने सिर्फ 3 वारी वरत्या है। मैं हज़ारां शब्द वरते हैं, गुरु साहब ने हज़ारां शब्द उच्चारण किए, दर्ज किए, पर हैडिंग सिर्फ 3 थावां ते है, तो 3 थावां ते शब्द हैडिंग मारू राग विच आया, होर किसी राग विच शब्द सरलेख नहीं आया। फिर बेनती, राग दा सरलेख है, राग श्री राग महला पहला, अष्टपदी सरलेख है, चौपदिक है, 2 पदिक है, तितुकी है, 2 तुकी है, शंत है, 12 ने पौड़ियां ने। पर गुरमुखो पूरे गुरु ग्रंथ साहिब शब्द सिर्फ 3 वारी सतगुरां ने दर्ज किया। एक तो सतगुरु ने मारू राग दे आरंभ विच ही, ते जदों शब्द पढ़ने हैं तो सच्ची मेरा मन कहता शब्द तो रब का सदा है। शब्द नूं समझदा होवे जिहदे कर सदे पैंदे ने। महाराज ने शब्द वरते
पहला श्लोक है, साजन तेरे चरण की होए रहा सतूर, नानक शरण तुहारिया पेखों सदा हजूर। इस श्लोक तो बाद आउंदा शब्द सस्सा बब्बा ते दद्दा, ਇਹ ਸਰਲੇਖ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਆ, ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ, ਨਾਮ ਖਸਮ ਕਾਲੇ ਖੇਮੇ ਛਤਰ ਸਰੈਚੇ, ਦਿਸਣ ਰਥ ਪੀੜੇ ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ। ਫਿਰ ਅਰਜ਼ ਹੈ, ਹਾਲਾਂ ਮੈਂ ਸਿਰਫ ਇਹ ਤਿੰਨ ਤੁਕਾਂ ਕਹੀਆਂ। ਪਿਛਲ ਰਾਤ ਸਦੜੇ ਪੈਂਦੇ ਨੇ ਕਸ ਦੇ ਪਰਮਾਤਮਾ ਦੇ, ਤੇ ਜਿਨ੍ਹਾਂ ਨੂੰ ਸੱਦੇ ਪੈਂਦੇ ਨੇ ਉਹ ਖਸਮ ਦਾ ਨਾਮ ਲੈਂਦੇ ਨੇ। ਜਿਹਨੂੰ ਆਪ ਜੀ ਕਹਿੰਦੇ ਹੋ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਹਨੂੰ ਆਪ ਕਹਿੰਦੇ ਹੋ ਕਿ ਮਹਾਰਾਜ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਸੱਦੇ ਤੋਂ ਬਿਨਾਂ ਵੇ। ਇੰਨੀ ਬਰੀਕ ਗੱਲ ਪਾ ਦਿੱਤੀ ਮਹਾਰਾਜ ਨੇ ਕਿ ਕੋਈ ਇਨਸਾਨ ਸਾਧਨਾ ਵਾਸਤੇ ਅੰਮ੍ਰਿਤ ਵੇਲੇ ਉੱਠੇ ਜਾਂ ਸਿਮਰਨ ਕਰੇ, ਭਜਨ ਬੰਦਗੀ ਕਰੇ, ਬਿਲਕੁਲ ਇਹ ਨਾ ਸੋਚੇ ਕਿ ਮੈਂ ਉੱਠ ਰਿਹਾ। ਪਹਿਲੀ ਗੱਲ ਇਹ ਮਨ 'ਚ ਲੈ ਕੇ ਤੁਰੇ, ਮੈਂ ਉੱਠਦਾ ਹੀ ਹੋਵੇ ਜਿਹਦੇ ਘਰ ਦੇ ਵਿੱਚ ਸੱਦੇ ਪੈਂਦੇ ਆ। ਮੈਂ ਨਹੀਂ ਉੱਠਿਆ, ਮੈਨੂੰ ਉਠਾਉਣ ਵਾਲਾ ਕੋਈ ਹੋਰ ਹੈ। ਸਰੀਰ ਮੇਰਾ ਉੱਠ ਪਿਆ ਠੀਕ ਹੈ, ਪਰ ਉਹ ਕੌਣ ਹੈ ਜਿਹਨੇ ਸਰੀਰ ਨੂੰ ਖਿੱਚ ਪਾਈ? ਨਹੀਂ ਉੱਠ, ਉੱਠ ਬੈਠ ਕਰ ਕਰਤਾਰ ਦੀ ਇਬਾਦਤ। ਇਹਦਾ ਮਤਲਬ ਫੁਰਨਾ ਪਹਿਲਾਂ ਕਿ ਸਰੀਰ ਪਹਿਲਾਂ ਉੱਠਿਆ? ਖਿਆਲ ਪਹਿਲਾਂ ਨਾ, ਪਹਿਲਾਂ ਖਿਆਲ ਆਇਆ, ਉਸ ਖਿਆਲ ਨੇ ਏਡੇ ਵੱਡੇ ਸਰੀਰ ਨੂੰ ਉਠਾ ਦਿੱਤਾ। ਜਦੋਂ ਇਬਾਦਤ ਕਰਨ ਲੱਗਾ, ਇਬਾਦਤ ਸਰੀਰ ਕਰਨ ਲੱਗਾ, ਪਰ ਸ਼ੁਕਰਾਨਾ ਉਹਦਾ ਕਰ ਜਿਨੇ ਤੈਨੂੰ ਸੱਦਾ ਦੇ ਕੇ ਖਿੱਚ ਪਾ ਕੇ ਉੱਠਣ ਦੀ ਦਾਤ ਦਿੱਤੀ ਹੈ। ਮੈਂ ਇਸ ਕਰਕੇ ਕਿਹਾ ਜਿਹੜਾ ਪ੍ਰੀਚਿਆ ਸ਼ਬਦ ਦਾ ਹੈ, ਸ਼ਬਦ ਤੋਂ ਬਿਨਾਂ ਅਕਾਲ ਦੀ ਪੂਜਾ ਹੀ ਨਹੀਂ ਹੋ ਸਕਦੀ, ਕਿਉਂਕਿ ਉਹ ਆਪ ਹੀ ਸ਼ਬਦ ਰੂਪ ਹੈ, ਉਹ ਬ੍ਰਹਮ ਸ਼ਬਦ ਰੂਪ ਹੈ। ਤੇ ਮੈਂ ਬੇਨਤੀ ਕਰਾਂਗਾ, ਅਕਾਲ ਦੀ ਪੂਜਾ ਸ਼ਬਦ ਦਾ ਪ੍ਰੀਚਿਆ। ਤੇ ਤੀਸਰੀ ਗੱਲ ਕਹੀ ਦੀਦਾਰ ਖਾਲਸੇ ਦਾ। ਆਪਾਂ ਲਫ਼ਜ਼ ਖਾਲਸੇ ਹੀ ਕਹਿ ਰਹੇ ਹਾਂ ਵੀ ਮਹਾਰਾਜ ਨੇ, ਮੈਂ ਤਾਂ ਕਹਿ ਰਿਹਾ ਕਿਉਂਕਿ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਨੇ ਕਹਿ ਦਿੱਤਾ ਖਾਲਸਾ ਇਸ ਤੋਂ ਬਾਅਦ ਤੂੰ ਇੱਕ ਦੀ ਪੂਜਾ ਕਰਨੀ ਹੈ, ਖਾਲਸਾ ਤੂੰ ਮੜੀਆਂ ਨਹੀਂ ਮੰਨਣਾ। ਮੈਂ ਵੀ ਕਹਿਣਾ, ਮੈਂ ਵੀ ਕਥਾ ਕਰਨਾ ਕਰਾਂਗਾ ਵੀ, ਪਰ ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਘਰ ਵਿੱਚ ਕੋਈ ਵੀ ਗੱਲ ਗੁਰੂ ਨਾਨਕ ਸਾਹਿਬ ਨੂੰ ਅੱਖਾਂ ਤੋਂ ਓਲੇ ਕਰਕੇ ਕਰਾਂਗੇ ਤੇ ਸੰਪੂਰਨ ਨਹੀਂ ਹੋਣੀ। ਉਹਦੀ ਬੁਨਿਆਦ, ਉਹਦਾ ਬੀਜ ਵਿਦਵਾਨ ਕਹਿੰਦੇ ਸਨ, ਕਹਿੰਦੇ ਨੇ ਜਿਹੜਾ ਖਾਲਸੇ ਦਾ ਰੁੱਖ ਫਲ ਗੁਰੂ ਗੋਬਿੰਦ ਸਿੰਘ ਵੇਲੇ ਪੱਕ ਕੇ ਤਿਆਰ ਹੈ, ਮੁਕੰਮਲ ਹੈ, ਇਹਦਾ ਬੀਜ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਇਆ ਹੋਇਆ ਹੈ। ਜਿਹੜੀ ਤਲਵਾਰ, ਜਿਹੜੀ ਕਿਰਪਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਠਾਈ ਹੈ, ਇਹਦਾ ਫੌਲਾਦ ਤਾਂ ਧੰਨ ਗੁਰੂ ਨਾਨਕ ਸਾਹਿਬ ਸਾਨੂੰ ਦੇ ਕੇ ਗਏ ਆ। ਇਹ ਗੱਲਾਂ ਬੜੀਆਂ ਡੂੰਘੀਆਂ ਨੇ ਕਿ ਫਲ, ਉਹ ਕਿਰਪਾਨ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਉਦੋਂ ਵੀ ਗੁਰਬਾਣੀ ਕਹਿ ਰਹੀ ਹੈ ਤੂੰ ਪੱਥਰ ਨਹੀਂ ਪੂਜਣਾ। ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ, ਪਾ ਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ, ਜੇ ਇਹ ਮੂਰਤ ਸਾਚੀ ਹੈ ਤੋ ਗੜਨਹਾਰੇ ਖਾਓ। ਇਹ ਵੀ ਕਬੀਰ ਸਾਹਿਬ ਜੀ ਦਾ ਬਚਨ ਹੈ। ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ। ਵੇਖੋ ਪਿਆਰਿਓ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਸ਼ਬਦ ਨੇ ਨਾ, ਕਿ ਪਾਹਨ ਪਰਮੇਸ਼ਰ ਕੀਆ, ਪੱਥਰ ਨੂੰ ਰੱਬ ਬਣਾ ਦਿੱਤਾ ਤੇ ਸਾਰਾ ਸੰਸਾਰ ਉਹਦੀ ਪੂਜਾ ਕਰੀ ਜਾ ਰਿਹਾ। ਕਿ ਸਤਿਗੁਰੂ ਨੇ ਉੱਥੇ ਪੱਥਰ ਦੀ ਪੂਜਾ ਦੀ ਮਨਾਹੀ ਨਹੀਂ ਕੀਤੀ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਮਨ 'ਚ ਬੜੇ ਉੱਠਣਗੇ ਕਈਆਂ ਸਵਾਲ ਵੀ ਭਗਤ ਧੰਨੇ ਵਾਲਾ। ਵੈਸੇ ਵੀ ਆਉਣ ਵਾਲੇ ਦਿਨਾਂ 'ਚ ਆਪਾਂ ਜ਼ਰੂਰ ਗੱਲ ਕਲੀਅਰ ਕਰਾਂਗੇ ਬਾਣੀ ਦੀ ਰੋਸ਼ਨੀ 'ਚ। ਪਿਆਰਿਓ, ਆਦਿ ਦੀ ਪੂਜਾ, ਅਕਾਲ ਦੀ ਪੂਜਾ, ਆਦਿ ਗੁਰੂ ਸਾਹਿਬ ਆਪ ਸਾਨੂੰ ਸਮਝਾ ਕੇ ਗਏ। ਜਿਵੇਂ ਆਪ ਇੱਕ ਪਾਠ ਕਰਦੇ ਹੋ, ਤੇਰਾ ਨਾਮ ਕਰੀ ਚਣਨਾਠੀਆ, ਚਰਨਾਠੀਆ ਨਹੀਂ, ਚਣਨਾਠੀਆ ਚੰਦਨ, ਮੈਂ ਤੇਰੇ ਨਾਮ ਦਾ ਚੰਦਨ ਲੈ ਲਿਆ। ਕਿਉਂਕਿ ਆਪ ਨੂੰ ਪਤਾ ਹੈ ਜਦੋਂ ਤਿਲਕ ਲਾਉਂਦੇ ਨੇ ਨਾ ਜੀ, ਅੱਜ ਵੀ ਉੱਥੇ, ਤੇ ਇੱਕ ਪੱਥਰ ਦਾ ਟੁਕੜਾ, ਉਹਦੇ ਤੇ ਚੰਦਨ ਘਸਾਇਆ ਜਾਂਦਾ ਹੈ, ਉਹਨੂੰ ਉਰਸਾ ਕਹਿੰਦੇ ਆ। ਤੇ ਮਹਾਰਾਜ ਕਹਿੰਦੇ ਆ ਕਿ ਮੈਂ ਤੇਰੇ ਨਾਮ ਦਾ ਚੰਦਨ ਲੈ ਲਿਆ ਤੇ ਮਨ ਦਾ ਉਰਸਾ ਲੈ ਲਿਆ। ਮੈਂ ਮਨ ਦੇ ਪੱਥਰ ਤੇ, ਮਨ ਰੂਪੀ ਉਰਸੇ ਤੇ ਇਸ ਚੰਦਨ ਨੂੰ ਘਸਾਨਾ ਪਿਆ ਵਾਂ। ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ, ਕੁੰਗੂ ਕਰਨੀ ਜੇ ਰਲੇ ਘਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਉਦਾਹਰਨ ਤਾਂ ਦਿੱਤੀ ਬਾਹਰ ਦੇ ਤਿਲਕ ਦੀ, ਫਿਰ ਸੁਣਿਓ ਬਾਹਰ ਦੇ ਚੰਦਨ ਦੀ, ਬਾਹਰ ਦੇ ਉਰਸੇ ਦੀ, ਕੁੰਗੂ ਦੀ, ਪਰ ਗੁਰੂ ਸਾਹਿਬ ਪੂਜਾ ਫਿਰ ਅੰਦਰ ਦੀ ਕਰ ਰਹੇ। ਬਾਬਾ
ਇਹ ਭਗਤ ਰਾਮਾਨੰਦ ਜੀ, ਜਿਨ੍ਹਾਂ ਦਾ ਸ਼ਬਦ ਕਤ ਜਾਈਆ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ, ਏਕ ਦਿਵਸ ਮਨ ਭਾਈ ਉਮੰਗ, ਕਸ ਚੋਆ ਚੰਦਨ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਇਹਦਾ ਮਤਲਬ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਨੂੰ ਗੁਰੂ ਨਾਨਕ ਸਾਹਿਬ ਤੋਂ ਵੱਖ ਕਰਕੇ ਵਿਆਖਿਆ ਨਹੀਂ ਕਰਦੀ। ਫਿਰ ਅਰਜ਼ ਹੈ, ਹੁਣ ਜੇ ਅਸੀਂ ਪਾਠ ਕਰਦੇ ਹਾਂ, ਸਭ ਕੁਝ ਬਾਣੀ 'ਚ ਸਤਿਗੁਰੂ ਦੱਸ ਕੇ ਗਏ ਸਾਨੂੰ। ਹਜ਼ੂਰ ਨੇ ਕਰਤੇ ਦੀ ਪੂਜਾ, ਪਰਮਾਤਮਾ ਦੀ ਪੂਜਾ, ਪਰਮੇਸ਼ਵਰ ਦੀ ਪੂਜਾ। ਇੱਕ ਹੋਰ ਗੱਲ, ਕਈ ਵਾਰੀ ਚਲੋ ਅਸੀਂ, ਮੈਂ ਵੀ ਸਟੇਜ ਤੇ ਬੋਲਦਾ ਰਿਹਾ ਵੀ ਮਹਾਰਾਜ ਨੇ ਵੇਖ ਲਿਆ ਵੀ ਹੁਣ ਸਿੱਖ ਮੁਕੰਮਲ ਹੋ ਗਿਆ। ਨਹੀਂ ਪਿਆਰਿਓ, ਪੂਰੇ ਗੁਰੂ ਦੀ ਹਜ਼ੂਰੀ ਵਿੱਚ ਹਰ ਜਾਮੇ ਵਿੱਚ ਪੂਰਾ ਸਿੱਖ ਰਿਹਾ ਹੈ। ਫਿਰ ਸੁਣਿਓ, ਪੂਰੇ ਗੁਰੂ ਦੀ ਹਜ਼ੂਰੀ 'ਚ ਗੁਰੂ ਨਾਨਕ ਸਾਹਿਬ ਪੂਰੇ ਨੇ, ਬਾਬਾ ਬੁੱਢਾ ਪੂਰਾ ਸਿੱਖ ਨਹੀਂ, ਭਾਈ ਮਨਸੁਖ ਹੈ, ਜਿਨ੍ਹਾਂ ਦੇ ਨਾਮ ਅਸੀਂ ਪੜ੍ਹਨੇ ਆ। ਹਾਂ, ਬੜੀ ਸਪਸ਼ਟ ਜੀ ਗੱਲ ਇਹ ਵੇ ਕਿ ਸਤਿਗੁਰੂ ਦੇ ਘਰ ਦੀ ਇਹ ਰੀਤ ਸੀ, ਇਹ ਹੋਣਾ ਸੀ, ਇਹ ਕੁਝ ਬਖਸ਼ਿਸ਼ ਵਰਤਨੀ ਸੀ। ਤੇ ਇਸ ਸਿਧਾਂਤ ਨੂੰ ਜੁਗੋ ਜੁਗ ਅਟਲਤਾ ਦੇਣ ਤੇ ਲਈ ਮੈਂ ਫਿਰ ਉਸ ਵਿਸ਼ੇ ਤੇ ਆਉਣਾ। ਹਜ਼ੂਰ ਨੇ ਮਸੰਦ ਥਾਪੇ। ਸੁਣਿਓ ਬੇਨਤੀ, ਗੁਰ ਸੰਗਤ ਕੀਨੀ ਖਾਲਸਾ, ਕਹੋ ਕਬੀਰ ਜਨ ਭੈ ਖਾਲਸੇ। ਮੈਂ ਉੱਥੇ ਅਰਥ ਕੀਤੀ ਖਾਲਸੇ ਦਾ ਅਰਥ ਆਜ਼ਾਦ, ਇੱਥੇ ਗੁਰ ਸੰਗਤ ਕੀਨੀ ਖਾਲਸਾ ਭਾਈ ਗੁਰਦਾਸ ਦੂਜੇ ਨੇ ਵਰਤਿਆ। ਜਦੋਂ ਮਸੰਦ ਥਾਪੇ ਗਏ, ਅਸਲ 'ਚ ਇਹ ਫਾਰਸੀ ਦਾ ਲਫ਼ਜ਼ ਹੈ ਮਸਨਦ, ਤੇ ਮਸਨਦ ਦਾ ਅਰਥ ਹੁੰਦਾ ਗੱਦੀ, ਤੇ ਮਸੰਦ ਦਾ ਅਰਥ ਹੈ ਜਿਹੜਾ ਗੱਦੀ ਦੇ ਉੱਤੇ ਬੈਠ ਕੇ ਉਪਦੇਸ਼ ਦੇਵੇ। ਮੈਂ ਆਪ ਨੂੰ ਇੱਕ ਵਾਰੀ ਕਿਹਾ ਸੀ, ਕਈ ਲਫ਼ਜ਼ ਸਾਡੇ 'ਚ ਇਹੋ ਜਿਹੇ ਪ੍ਰਚਲਿਤ ਹੋ ਚੁੱਕੇ ਨੇ ਜਿਨ੍ਹਾਂ ਦੇ ਅਰਥ ਬਹੁਤ ਗਹਿਰੇ ਨੇ, ਅਰਥ ਬਹੁਤ ਸਤਿਕਾਰਤ ਨੇ, ਪਰ ਚੰਗੇ ਸ਼ਬਦਾਂ ਦੇ ਥੱਲੇ ਲੋਕ ਪਾਪ ਕਰਨ ਲੱਗ ਪੈਣ ਤੇ ਯਾਦ ਰੱਖਿਓ ਉਹ ਲਫ਼ਜ਼ ਨੂੰ ਲੋਕੀ ਫਿਰ ਨੈਗੇਟਿਵ ਸੈਂਸ ਵਿੱਚ ਲੈਣ ਲੱਗ ਪੈਂਦੇ। ਹੁਣ ਆ ਲਫ਼ਜ਼ ਨਾ ਮਹੰਤ, ਹਾਂਜੀ, ਤੇ ਕਿਸੇ ਨੂੰ ਕਹਿ ਦਿਓ ਮਹੰਤ, ਅਗਲਾ ਮਾਰਨ ਪਊਗਾ। ਮੰਤ ਦਾ ਅਰਥ ਹੁੰਦਾ ਜਿਹੜਾ ਕਰੈਕਟਰ ਕਰਕੇ ਬਹੁਤ ਵੱਡਾ ਹੈ। ਲਫ਼ਜ਼ ਹੈ ਮਸੰਦ, ਇਹ ਮਸਨ ਸ਼ਬਦ ਤੋਂ ਬਣਿਆ, ਜਿਹਦਾ ਅਰਥ ਹੈ ਗੱਦੀ, ਗੱਦੀਦਾਰ, ਗੱਦੀ ਤੇ ਬਹਿਣ ਵਾਲਾ। ਪਰ ਪਿਆਰਿਓ, ਉਸ ਵਕਤ ਸਤਿਗੁਰਾਂ ਨੇ ਮਸੰਦ ਤਾਂ ਥਾਪੇ ਸਨ, ਇਹ ਦੂਰ ਦੂਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ। ਦਸਵੰਧ ਦੀ ਰੀਤ ਵੀ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਮਹਾਰਾਜ ਜੀ ਨੇ। ਵੈਸਾਖੀ ਦਾ ਮੇਲਾ, ਜੋੜ ਮੇਲਾ ਗੁਰੂ ਅਮਰਦਾਸ ਨੇ ਪ੍ਰਾਰੰਭ ਕੀਤਾ। ਸ਼ਾਇਦ ਆਪ ਨੂੰ ਪਤਾ ਹੋਣਾ ਹੈ ਕਿ ਇੱਕ ਭਾਈ ਪਾਰੋ ਜੁਲਕਾ ਹੋਏ ਨੇ ਸਿੱਖ, ਕਈ ਵਾਰੀ ਉਹਨਾਂ ਦਾ ਜ਼ਿਕਰ ਵੀ ਕੀਤਾ। ਉਹਨਾਂ ਦਾ ਪਿੰਡ ਸੀ ਡੱਲਾ, ਸੁਲਤਾਨਪੁਰ ਦੇ ਨੇੜੇ ਪਿੰਡ ਡੱਲਾ ਹੈ ਜੀ। ਇਹ ਸਤਿਗੁਰੂ ਗੁਰੂ ਅਮਰਦਾਸ ਦੇ ਵੇਲੇ ਇਹ ਹਜ਼ੂਰ ਦੀ ਬਖਸ਼ਿਸ਼ ਦੇ ਪਾਤਰ ਬਣੇ। ਹਾਲਾਂਕਿ ਇਹ ਗੁਰੂ ਅੰਗਦ ਸਾਹਿਬ ਦੇ ਵੇਲੇ ਸਿੱਖੀ ਇਹਨਾਂ ਧਾਰਨ ਕਰ ਲਈ ਸੀ। ਇੱਥੋਂ ਤੱਕ ਇੱਕ ਵਾਰੀ ਗੁਰੂ ਅਮਰਦਾਸ ਨੇ ਸ਼ਬਦ ਕਹਿ ਦਿੱਤੇ ਸਨ, ਭਾਈ ਪਾਰੋ ਸਾਡਾ ਦਿਲ ਕਰਦਾ ਤੈਨੂੰ ਗੁਰਗੱਦੀ ਦੇ ਦਈਏ। ਮਹਾਰਾਜ ਜੀ ਨੇ ਸ਼ਬਦ ਕਹੇ ਸਨ, ਤੈਨੂੰ ਗੱਦੀ ਦੇ ਦਈਏ। ਉੱਥੇ ਫਿਰ ਭਾਈ ਪਾਰੋ ਨੇ ਸ਼ਬਦ ਕਿਹਾ ਸੀ, ਸਤਿਗੁਰ ਗੁਰ ਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ। ਮਹਾਰਾਜ ਨੇ ਕਿਹਾ, ਪਰਮਹੰਸ ਮੇਰੋ ਹੀ ਰੂਪ, ਪਰਮ ਸਿਆਣ ਬਹੁਤ ਅਨੂਪ, ਬਖਸ਼ ਤੂੰ ਮੈਂ ਜਗ ਗੁਰ ਆਈ, ਕਰੋ ਉਧਾਰ ਲੋਕ ਸਮੁਦਾਈ। ਭਾਈ ਪਾਰੋ ਤੈਨੂੰ ਗੱਦੀ ਦਿੱਤੀ। ਉਹਨਾਂ ਕਿਹਾ, ਨਹੀਂ ਦਾਤਾ, ਗੱਦੀ ਤੇ ਤੁਸੀਂ ਸ਼ੋਭਦੇ ਹੋ, ਮੈਨੂੰ ਕਿਰਪਾ ਕਰੋ ਮੇਰੇ ਖਾਨਦਾਨ ਵਿੱਚ ਸਿੱਖੀ ਦੀ ਦਾਤ ਦੇ ਦਿਓ। ਇਸੇ ਭਾਈ ਪਾਰੋ ਨੇ ਕਿਹਾ, ਮਹਾਰਾਜ ਸਿੱਖੀ ਬਹੁਤ ਦੂਰ ਦੂਰ ਤੱਕ ਫੈਲ ਚੁੱਕੀ ਸੀ। ਪਿਆਰਿਓ, ਹੁਣ ਤਾਂ ਚਲੋ ਹੁਣ ਵੀ ਮਾਲਕ ਦੀ ਕਿਰਪਾ ਹੈ, ਐਵੇਂ ਰੋਈ ਨਹੀਂ ਜਾਣਾ ਚਾਹੀਦਾ। ਨਹੀਂ ਜੀ ਸਿੱਖੀ ਢਹਿੰਦੀ ਕਲਾ ਚਲੀ ਗਿਆ ਹੋ ਗਿਆ। ਮੈਂ ਕਦੀ ਨਹੀਂ ਕਲਪਦਾ ਸਟੇਜ ਤੇ, ਮੈਨੂੰ ਪਤਾ ਹੈ ਅਸੀਂ ਗਲਤੀ ਕਰ ਸਕਨੇ ਆ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਹੋਣਾ ਜਾਈ। ਮੈਂ ਤੁਸੀਂ ਭਗਤੀ ਤੋਂ ਹੀਣੇ ਹੋ ਸਕਨੇ ਆ, ਪਰ ਇਹ ਥੋੜਾ ਮਿਟ ਸਕਦਾ ਗੁਰੂ ਨਾਨਕ ਦੀ ਅਜ਼ਮਤ ਖਤਮ ਹੋ ਜਾਏ। ਇਹ ਅਸ ਪਾਠ ਕਈ ਵਾਰੀ ਕਰਦੇ ਹੋ, ਭਗਤਹੀਣ ਨਾਨਕ ਜੇ ਹੋਏਗਾ। ਇਹ ਤੋ ਕਿ ਇੰਨੀ ਸਾਡੇ ਤੇ ਰਹਿਮਤ ਕਰਦੀ ਹੈ। ਹੇ ਸਤਿਗੁਰੂ, ਮੈਂ ਭਗਤੀ ਤੋਂ ਹੀਣਾ ਵਾਂ, ਮੇਰੇ 'ਚ ਨੁਕਸ ਹੈ, ਪਰ ਇਹ ਥੋੜਾ ਕਿਤੇ ਖਤਮ ਹੋ ਸਕਦਾ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਵੇਂ ਇੱਕ ਪਾਠ ਕਰਦੇ ਹੋ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਇਹ ਵੀ ਸ਼ਬਦ, ਇਹ ਤਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ ਜੀ ਸਾਨੂੰ। ਅਸੀਂ ਕਹਿੰਦੇ ਹਾਂ ਅਰਦਾਸ, ਇਹ
ਜਦੋਂ ਪਾਠ ਕਰੋਗੇ ਜਿੰਨੀਆਂ ਅਰਦਾਸਾਂ ਗੁਰੂ ਗ੍ਰੰਥ ਸਾਹਿਬ 'ਚ ਮਿਲਦੀਆਂ ਨੇ, ਮੇਰਾ ਖਿਆਲ ਜੇ ਇਹੀ ਕਹਿ ਦਈਏ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਖਸਮਾਨਾ ਦਾ ਅਰਥ ਹੈ ਖਸਮ ਪੁਣਾ, ਰਖਵਾਲਾ, ਲਾਜ ਰੱਖਣ ਵਾਲਾ। हे ਸਤਿਗੁਰੂ ਜੀ ਤੁਸੀਂ ਆਪਣੇ ਬਿਰਦ ਦੀ ਲਾਜ ਰੱਖ ਲਓ, ਤੁਸੀਂ ਖਸਮੋ ਮੇਰੇ, ਤੁਸੀਂ ਖਸਮਾਨਾ ਕਰੋ, ਭਾਵੇਂ ਮੈਂ ਅੱਤ ਦਾ ਗੰਦਾ ਵਾਂ, ਅੱਤ ਦਾ ਮੰਦਾ ਵਾਂ, ਮੈਂ ਭਲਾ ਵਾਂ, ਚੰਗਾ ਵਾਂ, ਜੋ ਵੀ ਹਾਂ, ਪਰ ਚੇਤੇ ਰੱਖੀ ਕਹਾਣਾ ਤੇਰਾ ਵਾਂ, ਮੇਰੇ ਔਗਣ ਨਾ ਦੇਖੀ, ਤੂੰ ਆਪਣੇ ਖਸਮ ਪੁਣੇ ਦਾ ਬਿਰਦ ਦੇਖ ਲੈ। ਮੇਰੀ ਬੇਨਤੀ ਸਮਝ ਗਿਆ ਨਾ ਜੀ? ਇਹਨੂੰ ਹੋਰ ਇੱਕ ਥੋੜਾ ਜਿਹਾ ਅਸੀਂ ਬਾਣੀ ਚੋਂ ਲੈ ਲਈਏ। ਜਦੋਂ ਆਪਣੇ ਕਰਮਾਂ ਵੱਲ ਵੇਖੀਦਾ ਤੇ ਮਨ ਡੋਲਦਾ ਹੈ। ਡੋਲਦਾ ਕਿਉਂ? ਡਰਦਾ ਹੈ ਜੀ। ਤੇ ਜਿਉਂ-ਜਿਉਂ ਬੰਦੇ ਉਮਰ ਦੇ ਪੜਾਅ ਅਸੀਂ ਲੰਘੀ ਜਾ ਰਹੇ ਹਾਂ, ਸਾਹਮਣੇ ਨਜ਼ਰ ਆਉਂਦਾ ਪਿਆ, ਉਂਝ ਤਾਂ ਭਰੋਸਾ ਨਹੀਂ ਇੱਕ ਸਾਹ ਦਾ ਵੀ, ਪਰ ਜਿਉਂ-ਜਿਉਂ ਆਪਾਂ ਦੇਖਦੇ ਹਾਂ ਵੀ ਇੰਨੇ ਸਾਲ ਲੰਘ ਗਏ, ਫਿਰ ਸੱਚਮੁੱਚ ਅੰਦਰੋਂ ਧੁਰ, ਅੰਦਰੋਂ ਕਦੀ ਸੁੱਤਿਆਂ, ਕਦੀ ਬੈਠਿਆਂ, ਕਦੀ ਸਿਮਰਨ 'ਚ ਇੱਕ ਖਿੱਚ ਜ਼ਰੂਰ ਪੈਂਦੀ ਹੈ ਕਿ ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬਗ ਬੈਠੇ ਆਏ। ਜਵਾਨੀ ਦੀ ਰਾਤ ਲੰਘ ਗਈ ਹੈ, ਬੁਢੇਪੇ ਦਾ ਦਿਨ ਆ ਗਿਆ। ਇਹ ਤਾਂ ਵਰਤਿਆ ਨਾ ਜੀ, ਕੇਸ ਚਿੱਟੇ ਹੋ ਗਏ ਨੇ ਨਾ, ਭਵਰੇ ਕਾਲੇ ਰੰਗ ਦੇ ਹੁੰਦੇ ਨੇ, ਭਵਰ ਗਏ, ਜਦੋਂ ਕੇਸ ਕਾਲੇ ਸਾਨੂੰ ਸਮਾਂ ਲੰਘ ਗਿਆ, ਬਗ ਬੈਠੇ ਆਏ। ਹੁਣ ਜਿਹੜੇ ਆ ਬਗਲੇ ਨੇ ਇਹ ਆ ਕੇ ਬੈਠ ਗਏ ਨੇ, ਕੇਸ ਚਿੱਟੇ ਹੋ ਗਏ ਨੇ ਮੇਰੇ, ਅੰਦਰ ਨੂੰ ਇਹ ਧੂ ਪੈਂਦੀ ਹੈ। ਮੈਂ ਫਿਰ ਜਦੋਂ ਬਾਣੀ ਦਾ ਆਪਾਂ ਪਾਠ ਕਰਨੇ ਆ, ਬਾਣੀ ਬੜਾ ਵੱਡਾ ਧਰਵਾਸ ਦਿੰਦੀ। ਹੁਣ ਇੱਕ ਬਚਨ ਮੈਂ ਹੋਰ ਆਪ ਨਾਲ ਕਰਕੇ ਥੋੜਾ ਜਿਹਾ ਵਿਸ਼ੇ ਤੋਂ ਨਿਕਲਿਆ। ਖਸਮ ਪੁਣੇ ਦੀ ਲਾਜ ਰੱਖ, ਭਗਤ ਕੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਇੱਕ ਬਚਨ ਹੈ ਮਹਾਰਾਜ ਦੇ, ਗੁਰੂ ਰਾਮਦਾਸ ਦਾ। ਇਹ ਸ਼ਬਦ ਹੈ, ਹਮਰੀ ਜਾਤ ਪਾਤ ਗੁਰ ਸਤਗੁਰ, ਹਮ ਵੇਚੋ ਸਿਰ ਗੁਰ ਕਹਿ। ਹਾਂਜੀ, ਮੇਰੀ ਇੱਜ਼ਤ ਮੇਰੀ ਪੱਤ ਸਿਰਫ ਤੂੰ ਹੈ, ਮੈਂ ਆਪਣਾ ਸਿਰ ਤੈਨੂੰ ਦੇ ਦਿੱਤਾ। ਹਮਰੀ ਜਾਤ ਪਾਤ ਗੁਰ ਸਤਗੁਰ, ਹਮ ਵੇਚੋ ਸਿਰ ਗੁਰ ਕਹਿ, ਜਨ ਨਾਨਕ ਨਾਮ ਪਰਿਓ ਗੁਰ ਚੇਲਾ। ਵਾਹਿਗੁਰੂ ਜੀ ਕਿੱਡੀ ਵੱਡੀ ਇਹ ਬਖਸ਼ਿਸ਼ ਹੈ ਬਾਣੀ 'ਚ। ਹੇ ਸਤਿਗੁਰੂ ਕਹਿ ਰਿਹਾ, ਵਾਹਿਗੁਰੂ ਜੀ, ਹੇ ਗੁਰੂ ਜੀ, ਮੇਰੀ ਜਾਤ ਮੇਰੀ ਪੱਤ, ਹਾਲਾ ਇਹ ਨਹੀਂ ਕਿ ਮੈਂ ਕਪਟੀ ਹਾਂ, ਇਹ ਮੰਨਿਆ ਵੀ ਮੈਂ, ਇਹ ਬੜੀ ਵੱਡੀ ਇਹ ਵੀ ਬਚਨ, ਹਮਰੀ ਜਾਤ ਪਾਤ ਗੁਰ ਸਤਗੁਰ, ਹਮ ਵੇਚੋ ਸਿਰ ਗੁਰ ਕਹਿ। ਮੇਰੀ ਜਾਤ ਮੇਰੀ ਇੱਜ਼ਤ ਮੇਰਾ ਖਾਨਦਾਨ ਮੈਂ ਸਿਰ ਤੈਨੂੰ ਦੇ ਦਿੱਤਾ। ਹੁਣ ਸੰਗਤ ਮੈਨੂੰ ਤੇਰਾ ਕਹਿਣ ਲੱਗ ਪਈ, ਇਹ ਸਿੱਖ ਹੈ ਗੁਰੂ ਨਾਨਕ ਦਾ, ਇਹ ਚੇਲਾ ਹੈ ਗੁਰੂ ਨਾਨਕ ਦਾ। ਕਹਿੰਦੇ ਇੱਕ ਕਿਰਪਾ ਕਰਿਓ, ਜਿਹੜਾ ਸ਼ਬਦ ਮੇਰੇ ਸਰੀਰ ਨਾਲ ਹੁਣ ਜੁੜ ਗਿਆ ਸੰਗਤ ਵਿੱਚ, ਇਸ ਸ਼ਬਦ ਦੀ ਇੱਜ਼ਤ ਤੁਸੀਂ ਹੀ ਰੱਖ ਲਿਆ ਜੀ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕਹਿ। ਤੁਸੀਂ ਦਾਸ ਦੀ ਇੱਜ਼ਤ ਰੱਖ ਲਓ। ਮੈਂ ਆਪ ਨੂੰ ਫਿਰ ਬੇਨਤੀ ਕਰਨ ਲੱਗਾ ਕਿ ਗੁਰੂ ਰਾਮਦਾਸ ਜੀ ਨੇ ਮਸੰਦ ਥਾਪੇ ਜਿਹੜੇ ਪ੍ਰਚਾਰ, ਤੇ ਜਿਹੜਾ ਵਿਸਾਖੀ ਦਾ ਪੁਰਬ, ਹਾਲਾਂਕਿ ਮੈਂ ਜਿਹੜੇ ਪੁਰਾਣੇ ਹੁਕਮਨਾਮੇ ਪੜ੍ਹੇ ਉਹਦੇ ਵਿੱਚ ਸਤਿਗੁਰੂ ਸੰਗਤ ਨੂੰ ਕਹਿੰਦੇ ਆ ਕਿ ਤੁਸੀਂ ਦੀਪਮਾਲਾ ਤੇ ਜ਼ਰੂਰ ਆਉਣਾ। ਵਿਸਾਖੀ ਦਾ ਭਾਈ ਪਾਰੋ ਨੇ ਕਿਹਾ, ਮਹਾਰਾਜ ਤੁਸੀਂ ਮੈਨੂੰ ਸਿਰਫ ਸਿੱਖੀ ਦਿਓ, ਮੈਨੂੰ ਗੁਰਗੱਦੀ ਨਹੀਂ ਚਾਹੀਦੀ। ਮਹਾਰਾਜ ਗੁਰੂ ਅਮਰਦਾਸ ਨੇ ਕਿਹਾ, ਭਾਈ ਪਾਰੋ ਤੇਰੀਆਂ ਕੁੱਲਾਂ ਵਿੱਚ ਸਿੱਖੀ ਰਹੇਗੀ। ਦੂਸਰੀ ਬੇਨਤੀ ਕੀਤੀ, ਮਹਾਰਾਜ ਸਿੱਖ ਬੜੀ ਦੂਰ ਦੂਰ ਨੇ, ਕਾਬਲ, ਕੰਧਾਰ, ਬੰਗਾਲ, ਇਹ ਸਾਰੀ ਦੀ ਸਾਰੀ ਸਿੱਖੀ ਸੀ ਜੀ। ਤੇ ਇੱਕ ਕਿਰਪਾ ਕਰੋ, 6 ਮਹੀਨੇ ਬਾਅਦ ਇੱਕ ਜੋੜ ਮੇਲਾ ਸੰਗਤ ਦਾ ਜ਼ਰੂਰ ਕਾਓ। ਸਿੰਘ ਸਾਰੀ ਸੰਗਤ ਇਕੱਠੀ ਹੋ ਜਾ ਕਰੇ। ਫਿਰ ਪਿਆਰਿਓ 2 ਜੋੜ ਮੇਲੇ ਸ਼ੁਰੂ ਹੋਏ, ਇੱਕ ਵਸੋਏ ਦਾ ਸ਼ੁਰੂ ਹੋਇਆ ਤੇ ਇੱਕ ਦੀਵਾਲੀ ਦਾ ਹੋਇਆ। ਮੈਂ ਫਿਰ ਬੇਨਤੀ ਕਰਾਂਗਾ, ਵਸੋਏ ਦਾ ਅਰਥ ਵਿਸਾਖੀ, ਜਿਹਨੂੰ ਭਾਈ ਸਾਹਿਬ ਨੇ ਵਰਤਿਆ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਵਾ। ਵਸੋਵੇ ਦਾ ਅਰਥ ਵੀ ਵਿਸਾਖੀ ਹੁੰਦਾ ਹੈ। ਇਹ ਫਿਰ ਗੁਰੂ ਅਮਰਦਾਸ ਜੀ ਨੇ ਸ਼ੁਰੂਆਤ ਕੀਤੀ ਭਾਈ ਪਾਰੋ ਪਰਮਹੰਸ ਦੇ ਕਹਿਣ ਤੇ, ਬੇਨਤੀ ਕਰਨ ਤੇ। ਆਪ ਲਈ ਗਿਆਤ ਹੋਣਾ ਹੈ, ਭਾਈ ਪਾਰੋ ਪਰਮਹੰਸ ਦੇ ਪਰਿਵਾਰ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਹੁੰਦੀ ਹੈ। ਜਿਹੜੀ ਮਾਤਾ ਦਮੋਦਰੀ ਜੀ ਨੇ, ਉਹਨਾਂ ਦੇ ਪਿਤਾ ਦਾ ਨਾਮ ਬਾਬਾ ਨਰਾਇਣ ਦਾਸ ਜੀ ਸਤਿਕਾਰ ਵਜੋਂ ਲਈਏ, ਉਹ ਬੀਬੀ ਦਮੋਦਰੀ ਭਾਈ ਪਾਰੋ ਦੀ ਅੰਸ਼ ਵਿੱਚੋਂ ਹੈ। ਜਿਸ ਭਾਈ ਦਇਆ ਸਿੰਘ ਜੀ ਨੇ, ਗੁਰਮੁਖ ਪਿਆਰਿਆਂ ਨੇ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ, ਲਾਹੌਰ ਤੋਂ ਆ ਕੇ
ਇਹ ਪਿਆਰੇ ਭਾਈ ਦਇਆ ਸਿੰਘ ਵੀ ਭਾਈ ਪਾਰੋ ਦੀ ਅੰਸ਼ ਵਿੱਚੋਂ ਨੇ। ਮੇਰੀ ਸਿਰਫ ਕਹਿਣ ਤੋਂ ਮੁਰਾਦ ਹੈ ਵੀ ਸਤਿਗੁਰਾਂ ਨੇ ਮਸੰਦ ਥਾਪੇ ਵੀ ਦੂਰ ਤੱਕ ਪ੍ਰਚਾਰ ਹੋਵੇ, ਤੇ ਇਸ ਗੱਲ ਤੋਂ ਕਦੀ ਇਨਕਾਰੀ ਨਾ ਹੋਈਏ ਕਿ ਮਨੁੱਖ ਦੀ ਫਿਤਰਤ ਕਹੇ। ਜੇ ਕਹੋ ਨਾ ਵੀ ਉਸ ਵੇਲੇ ਸਭ ਚੰਗਾ ਸੀ, ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਨੂੰ ਔਗਣਾਂ ਦਾ ਪ੍ਰਚਾਰ ਕਰਨਾ ਚਾਹੀਦਾ, ਪਰ ਯਾਦ ਰੱਖੋ ਕभी ਸਭ ਅੱਛਾ ਨਹੀਂ ਹੁਆ। ਇਹ ਰਹਿੰਦੀ ਦੁਨੀਆ ਤੱਕ ਪਾਪ ਤੇ ਪੁੰਨ ਦੋਨੋਂ ਬਰਾਬਰ ਚੱਲੀ ਜਾਣਗੇ। ਇਹਨੂੰ ਇੰਨਾ ਕਲਪਨਾ ਨਹੀਂ ਲੈਣਾ ਚਾਹੀਦਾ। ਜੇ ਗੁਰੂ ਸਾਹਿਬ ਕਹਿੰਦੇ ਆ ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਪੈਜ ਤਾਂ ਹੀ ਰੱਖੇਗਾ ਜੇ ਉਹਦੀ ਪੈਜ ਦੀ ਕੋਈ ਪੱਤ ਨੂੰ ਲਾਹਣ ਵਾਲਾ ਹੋਵੇਗਾ। ਹਰਨਾਕਸ਼ ਹੈ, ਪ੍ਰਹਿਲਾਦ ਹੈ। ਤੁਸੀਂ ਧਰਮ ਦੀ ਪੂਰੀ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ, ਆਦਿ ਕਾਲ ਤੋਂ ਚੰਗਿਆਈ ਤੇ ਬੁਰਿਆਈ ਦੋਨੋਂ ਇਕੱਠੀਆਂ ਚੱਲਦੀਆਂ ਨੇ ਜੀ, ਪਾਪ ਤੇ ਪੁੰਨ ਦੋਨੋਂ ਇਕੱਠੇ ਚੱਲਦੇ ਆ। ਇਹ ਵੀ ਬਾਣੀ 'ਚ ਆਪਾਂ ਦੇਖਾਂਗੇ ਕਿਸੇ ਦਿਨ। ਸੱਚ ਇਹ ਵੀ ਜੇ ਰੱਬ ਨਾ ਬਣਾਉਂਦਾ, ਬਲੈਕ ਬੋਰਡ ਨਾ ਹੋਵੇ, ਤੇ ਚਿੱਟੇ ਚਾਕ ਦਾ ਰੰਗ ਕਿਵੇਂ ਉੱਭਰ ਕੇ ਆਵੇ। ਜੇ ਕਾਲਾਪਣ ਹੈ ਕਿਸੇ ਚਿੱਟੇ ਨੂੰ ਨਿਖਾਰ ਰਿਹਾ ਹੈ, ਸ਼ਾਇਦ ਜੇ ਹਰਨਾਕਸ਼ ਹੰਕਾਰੀ ਨਾ ਹੁੰਦਾ ਤੇ ਪ੍ਰਹਿਲਾਦ ਦਾ ਨਾਂ ਕਿਤੇ ਬਾਣੀ 'ਚ ਆਉਂਦਾ। ਪਰ ਮੈਂ ਫਿਰ ਬੇਨਤੀ ਕਰਾਂ, ਉਸ ਦੀ ਇਸ ਖੇਡ ਨੂੰ ਸਮਝੀਏ। ਅਸੀਂ ਗੁਰਬਾਣੀ ਸਾਨੂੰ ਜਦੋਂ ਆਪ ਜੀ ਪੜੋਗੇ ਕਿਤੇ ਸਾਨੂੰ ਲੱਗੇਗਾ ਵੀ ਆਹ ਦਵੈਸ਼ ਕਹਿ ਦਿੱਤੀ, ਵੀ ਇਹ ਮਾਰ ਦਿੱਤਾ, ਤੁਸੀਂ ਦੁਸ਼ਟ ਖੰਡ ਖੰਡ ਕਰ ਦਿੱਤੇ, ਤੁਸੀਂ ਦੁਸ਼ਟ ਖਤਮ ਕਰਤੇ। ਪਰ ਆਪ ਜੀ ਸ਼ਬਦ ਪੜੋਗੇ ਅਖੀਰ ਤੇ ਫਿਰ ਸਤਿਗੁਰੂ ਸਾਨੂੰ ਨਾ ਜੀ ਸਾਡੀ ਸੁਰਤ ਨੂੰ ਮੈਲਿਆ ਨਹੀਂ ਹੋਣ ਦੇਣਗੇ, ਫਿਰ ਚੁੱਕ ਕੇ ਲੈ ਜਾਣਗੇ। ਰਾਮ ਵੀ ਤਾਂ ਉਹਦਾ ਬਣਾਇਆ ਤੇ ਰਾਵਣ ਵੀ ਉਹਦਾ ਹੀ ਬਣਾਇਆ ਹੈ, ਇਹ ਉਹਦੇ ਸਿਰਜੇ ਆ। ਕੋਈ ਸਮੇਂ ਬਾਅਦ ਕੀ ਹੋਇਆ, ਜਦੋਂ ਪੈਸਾ ਆਉਣ ਲੱਗਾ ਤੇ ਘਰ ਦੇ ਵਿੱਚ ਦੁਫੇੜ ਪੈ ਗਿਆ। ਇਸ ਨੂੰ ਸਮਝੀਏ। ਬਾਬੇ ਪਿਰਥੀ ਚੰਦ ਸਭ ਤੋਂ ਪਹਿਲਾਂ ਜੇ ਗੁਰੂ ਘਰ ਵਿੱਚ ਸੋ ਦੇਖਦੇ ਬਾਬਾ ਸ੍ਰੀ ਚੰਦ ਜੀ ਪੁੱਤਰੀ ਕੌਲ ਨਾ ਪਾਲਿਓ ਜ਼ਿਕਰ ਆਉਂਦਾ ਹੈ, ਪਰ ਅਖੀਰ 'ਚੋਂ ਗੁਰੂ ਪੁੱਤਰ ਝੁਕ ਗਏ। ਬਾਬਾ ਪਿਰਥੀ ਚੰਦ ਨਹੀਂ ਝੁਕਿਆ। ਆਪ ਸਭ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਦੇ ਵੇਲੇ ਹੀ ਉਹਨੇ ਮਸੰਦ ਗੰਢ ਲਏ ਸਨ। ਪੈਸਾ ਸਾਰਾ ਪਿਰਥੀ ਚੰਦ ਕੋਲ ਜਾਂਦਾ ਸੀ, ਗੁਰੂ ਅਰਜੁਨ ਦੇ ਵੇਲੇ ਵੀ, ਤੇ ਲੰਗਰ ਸੰਗਤ ਉੱਤੇ ਛਕਣ ਆਉਂਦੀ ਸੀ। ਹੁਣ ਸਿੱਧੀ ਗੱਲ, ਗੁਰੂ ਰਾਮਦਾਸ ਦਾ ਪੁੱਤਰ ਹੈ ਤੇ ਪੈਸੇ ਉਹਦੇ ਕੋਲ ਕਿੱਥੋਂ ਆਉਂਦੇ ਆ? ਕਦੀ ਨਹੀਂ ਮੈਂ ਪੜ੍ਹਿਆ ਵੀ ਬਾਹਰ ਖੇਤੀ ਕਰਦੇ ਹੋਣ। ਤੇ ਜਦੋਂ ਗੁਰੂ ਰਾਮਦਾਸ ਇਹ ਕਹਿੰਦੇ ਆ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ 300 ਝਗਰਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ। ਪੈਸਾ ਕਿੱਥੋਂ ਆ ਗਿਆ? ਮਸੰਦ ਨਾਲ ਜੁੜ ਗਏ। ਇੱਥੋਂ ਤੱਕ ਕਿ ਗੁਰੂ ਘਰ ਦੇ ਕੀਰਤਨੀਆਂ ਨੂੰ ਵੀ ਚੁੱਕ ਦਿੱਤਾ ਵੀ ਤੁਹਾਨੂੰ ਤਾਂ ਪੈਸੇ ਨਹੀਂ ਦੇ ਸਕਦਾ, ਆਪ ਵੀ ਸਾਥ ਛੱਡ ਗਏ। ਮੇਰੀ ਬੇਨਤੀ ਹੈ, ਮਿਹਰਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣਾ ਗ੍ਰੰਥ ਪਹਿਲਾਂ ਬਣਾ ਲਿਆ। ਮੁੱਕਦੀ ਗੱਲ ਕਿ ਮਸੰਦ ਸਿਸਟਮ ਜਿਹੜਾ ਸੀ ਉਹ ਅੱਧਾ ਕੋਦਰ ਝੁਕ ਗਿਆ। ਸਮਾਂ ਆਇਆ ਗੁਰੂ ਹਰ ਰਾਏ ਸਾਹਿਬ ਵੇਲੇ ਰਾਮ ਰਾਏ, ਇਹ ਨਹੀਂ ਕਿ ਸਾੜੀ ਮਾੜੇ ਸਨ, ਚੰਗੇ ਵੀ ਬਹੁਤ ਸਨ, ਬਹੁਤ ਚੰਗੇ ਸਨ। ਗੁਰੂ ਗੋਬਿੰਦ ਸਿੰਘ ਜੀ ਵੇਲੇ ਤੱਕ ਮਸੰਦ ਸਿਸਟਮ ਇੰਨਾ ਕੁ ਗਰਕ ਗਿਆ ਕਿ ਸਿੱਖਾਂ ਦੇ ਘਰ ਜਾਣਾ, ਉਹਨਾਂ ਨੇ ਸ਼ਰਾਬ ਦੀ ਦੂਜੇ ਨਸ਼ਿਆਂ ਦੀ ਮੰਗ ਕਰਨੀ, ਮਤਲਬ ਵੀ ਵਿਚਾਰੀ ਹੋ ਗਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ। ਉਹਨਾਂ ਕਿਹਾ ਜਿਹੜਾ ਹੁਣ ਵਿਚੋਲਾ ਸੀ ਨਾ ਮਸੰਦ ਸੀ, ਇਹ ਵੱਖ-ਵੱਖ ਇਲਾਕਿਆਂ ਤੁਹਾਨੂੰ ਲੈ ਕੇ ਆਉਂਦਾ ਸੀ, ਇਹੀ ਬੇਨਤੀਆਂ ਕਰਦਾ ਸੀ। ਅੱਜ ਤੋਂ ਬਾਅਦ ਗੁਰੂ ਕੀ ਸੰਗਤ ਖਾਲਸਾ ਬਣ ਗਈ, ਕਿਸੇ ਮਸੰਦ ਦੇ ਮੁਤਾਜ ਨਹੀਂ। ਤੁਹਾਡਾ ਸੰਬੰਧ ਸਿੱਧਾ ਮੇਰੇ ਨਾਲ ਹੈ, ਤੁਸੀਂ ਗੁਰੂ ਘਰ ਆਓ, ਆਪਣੀਆਂ ਭਿਟਾਵਾਂ ਦਿਓ ਤੇ ਤੁਹਾਡੀਆਂ ਅਰਦਾਸਾਂ ਸੁਣੀਆਂ ਜਾਣਗੀਆਂ। ਮੈਂ ਇੱਕ ਪਾਖੇ ਵੀ ਗੁਰ ਸੰਗਤ ਕੀਨੀ ਖਾਲਸਾ ਮੈਂ ਅਰਜ਼ ਕੀਤੀ, ਉਹ ਭੋਏ ਉਹ ਜ਼ਮੀਨ ਅੱਗੇ ਵਿੱਚ ਮਸੰਦ ਸੀ। ਗੁਰੂ ਸਾਹਿਬ ਨੇ ਮਸੰਦ ਨੂੰ ਇੱਕ ਪਾਸੇ ਕਰ ਦਿੱਤਾ, ਸਿੱਧਾ ਸੰਬੰਧ ਸੰਗਤ ਦਾ ਇਹਨੂੰ ਖਾਲਸਾ ਬਣਾ ਦਿੱਤਾ, ਸਿੱਧਾ ਸੰਬੰਧ ਇਹਦਾ ਗੁਰੂ ਦੇ ਨਾਲ ਜੋੜ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀ ਸਾਨੂੰ ਸਿੱਧਾ ਆਪਣੇ ਨਾਲ, ਪਰਮਾਤਮਾ ਨਾਲ, ਵਾਹਿਗੁਰੂ ਨਾਲ, ਸ਼ਬਦ ਨਾਲ। ਫਿਰ ਜਿਹੜੇ ਦਿਨ ਸੰਬੰਧੀ ਆਪ ਬੈਠੇ ਹੋ, ਹਾਲਾਂਕਿ ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰਬਾਣੀ ਵਿੱਚ ਵੈਸਾਖ ਸ਼ਬਦ ਤੇ ਵੈਸਾਖੀ ਵੀ ਆਇਆ, ਤੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ 12ਵਾਂ ਪੜ੍ਹਨੇ, ਮੈਂ ਕਹਿੰਦਾ ਉਸ ਵੈਸਾਖ ਸ਼ਬਦ ਨੂੰ ਕਿਤੇ ਪੜ੍ਹੋ, ਆ ਵੈਸਾਖੀ ਦਾ ਦਿਨ ਆਇਆ। ਅਸੀਂ ਕਹਾਂਗੇ ਵੀ ਗੁਰਦੁਆਰਾ ਸਾਹਿਬ ਜਾਣਾ, ਦੇਗ ਕਰਾਣੀ ਹੈ, ਕੀਰਤਨ ਕਥਾ ਸੁਣਨਾ, ਤੇ ਬਾਬਾ ਜੀ ਕਹਿੰਦੇ ਆ ਵੈਸਾਖੀ ਉਹਦੇ ਵਾਸਤੇ ਹੀ ਹੈ ਜਿਹਦੀ ਸੁਰਤ ਸ਼ਬਦ ਵੀ ਜੁੜਨ ਲੱਗ ਪਵੇ।
ਉਹਦੇ ਲਈ ਸਾਲ ਬਾਅਦ ਵਿਸਾਖੀ ਨਹੀਂ ਆਉਂਦੀ, ਉਹਦੇ ਲਈ ਹਰ ਰੋਜ਼ ਅੰਮ੍ਰਿਤ ਵੇਲਾ ਹੀ ਵਿਸਾਖੀ ਬਣ ਜਾਂਦਾ ਹੈ। ਇਸ ਸ਼ਬਦ ਦਾ ਪਾਠ ਅਸੀਂ ਕਰ ਲਈਏ ਤੁਖਾਰੀ ਰਾਗ ਦਾ ਜੀ। ਵੈਸਾਖ ਭਲਾ ਸਾਖਾ ਵੇਸ਼ ਕਰੈ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਮੈਂ ਇਹ ਤਾਂ ਚੁਣਿਆ, ਮੈਨੂੰ ਪਤਾ ਇੱਥੇ ਮੈਂ ਇੱਕ ਵਾਰੀ ਇਹਦੀ ਕਥਾ ਤਕਰੀਬਨ ਹਫ਼ਤਾ ਪਰ ਕੀਤੀ ਸੀ ਜੀ, ਪਰ ਮੈਂ ਥੋੜੇ ਜਿਹੇ ਅਰਥ ਫਿਰ ਕਰਨੇ ਚਾਹੁੰਦਾ ਇਹਦੇ। ਵੈਸਾਖ ਇਹ ਤੁਖਾਰੀ ਰਾਗ 'ਚ ਗੁਰੂ ਸਾਹਿਬ ਦਾ ਵੈਸਾਖ ਸਾਨੂੰ ਪਤਾ ਹੈ ਵੀ ਦੂਜਾ ਮਹੀਨਾ 12 ਮਾਹ ਦਾ। ਹਾਲਾਂਕਿ ਮੈਂ ਇੱਕ ਵਾਰ ਕਿਹਾ ਸੀ ਲਿਖਣ ਵਿੱਚ ਅਸੀਂ ਸਾਰੇ ਵੈਸਾਖੀ ਲਿਖਨੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਸ਼ਬਦ ਵੈਸਾਖੀ ਆਇਆ ਉਹ ਵਾਵੇ ਤੇ ਦੁਲਾਵਾਂ ਪਾਈਆਂ ਨੇ ਸਤਿਗੁਰਾਂ ਨੇ। ਹੁਣ ਆਹ ਵੈਸਾਖ ਦਾ ਮਹੀਨਾ ਸ਼ੁਰੂ ਹੋ ਗਿਆ, ਭਾਵਾਂ ਕਿ ਦਰਬਾਰ ਸਾਹਿਬ ਅੰਦਰ ਬਸੰਤ ਜਿਹੜਾ ਹੈ, ਬਸੰਤ ਰਾਗ ਦੀ ਸ਼ੁਰੂਆਤ ਹੁੰਦੀ ਹੈ ਮਾਘੀ ਵਾਲੇ ਦਿਨ। ਹੁਣ ਤਾਂ ਲਾਈਵ ਤੁਸੀਂ ਸਾਰੇ ਸੁਣਦੇ ਦੇਖਦੇ ਹੋ। ਉਸ ਦਿਨ ਬਕਾਇਦਾ ਅਰਦਾਸੀਆ ਸਪੈਸ਼ਲ ਅਰਦਾਸ ਕਰਦਾ ਬਸੰਤ ਦੀ ਆਰੰਭਤਾ ਦੀ। ਤੇ ਹੋਲੇ ਮਹੱਲੇ ਵਾਲੇ ਦਿਨ ਇਸ ਬਸੰਤ ਜਿਹੜਾ ਵੀ ਰਾਗੀ ਸਿੰਘ ਹੁੰਦਾ ਬਸੰਤ ਗਾਉਂਦਾ ਹੈ ਜੀ, ਉਹਦੀ ਸ਼ੁਰੂਆਤ ਬਸੰਤ ਦੀ ਪੌੜੀ ਲਾ ਕੇ ਸਮਾਪਤੀ ਕਰਦੇ ਨੇ। ਹੋਲੇ ਮਹੱਲੇ ਵਾਲੇ ਦਿਨ ਇਹਦੀ ਅਰਦਾਸ ਹੋ ਜਾਂਦੀ ਸੰਪੂਰਨਤਾ ਦੀ। ਪਰ ਰੁੱਤ ਦੇ ਮੁਤਾਬਕ ਮੈਂ ਇਹ ਨਹੀਂ ਕਟਾਕਸ਼ ਕਰਾਂਗਾ ਜੀ, ਬੜੇ ਮੈਂ ਸਿੰਘ ਸਾਹਿਬਾਨਾਂ ਨੂੰ ਪੁੱਛਿਆ, ਰਾਗੀ ਸਿੰਘਾਂ ਨੂੰ ਵੀ ਬਸੰਤ ਤਾਂ ਸ਼ੁਰੂ ਹੁੰਦੀ ਹੈ ਚੇਤ ਦੀ ਸੰਗਰਾਂਦ ਤੋਂ। ਚੇਤ ਦਾ ਪੂਰਾ ਮਹੀਨਾ ਤੇ ਵੈਸਾਖ ਦਾ ਅੱਧਾ ਮਹੀਨਾ, ਮੈਂ 5-6 ਮਿੰਟ ਰਹਿ ਗਏ ਆ। ਚੇਤ ਦਾ ਮੁਕੰਮਲ ਮਹੀਨਾ ਤੇ ਵੈਸਾਖ ਦਾ ਅੱਧਾ ਮਹੀਨਾ ਇਹ ਬਸੰਤ ਦੇ ਮੰਨੇ ਗਏ। ਜਦੋਂ ਤੁਸੀਂ 6 ਰੁੱਤਾਂ ਨੂੰ ਪੜ੍ਹੋਗੇ, ਹਾਲਾਂਕਿ ਗੁਰਬਾਣੀ ਵਿੱਚ ਚੇਤ ਤੇ ਬਸੰਤ, ਚੇਤ ਤੇ ਵੈਸਾਖ ਬਸੰਤ ਦੇ ਮਹੀਨੇ ਮੰਨੇ ਗਿਆ ਰੁੱਤ ਦੇ, ਪਰ ਉਂਝ ਜੇ ਵੇਖੋ ਪੂਰਾ ਚੇਤ ਤੇ 15 ਕੁ ਵੈਸਾਖ ਤੱਕ ਇਹ ਬਸੰਤ ਚੱਲਦੀ ਹੈ। ਆਪ ਨੂੰ ਪਤਾ ਹੈ ਵੀ ਉਦੋਂ ਚੱਲਦੀ ਸੀ, ਮੈਂ ਲਫ਼ਜ਼ ਵਰਤਾਂ ਜੀ ਕਿਉਂਕਿ ਹੁਣ ਤਾਂ ਫਿਰ ਮੌਸਮ ਦੀ ਤਬਦੀਲੀ ਆ ਗਈ। ਤੁਹਾਨੂੰ ਪਤਾ ਹੈ ਜੀ ਵੈਸਾਖੀ ਵਾਲੇ ਦਿਨ ਜਿਹੜੇ ਖੇਤੀ ਕਰਦੇ ਰਹੇ ਆ, ਵੈਸਾਖੀ ਵਾਲੇ ਦਿਨ ਆਪਾਂ ਸਿੱਟੇ ਲੈ ਕੇ ਆਉਂਦੇ ਸਾਂ। ਜਿਨ੍ਹਾਂ ਖੇਤੀ ਕੀਤੀ ਉਹਨਾਂ ਨੂੰ ਪਤਾ ਹੈ, ਕਣਕ ਦੇ ਸਿੱਟੇ ਲਿਆਉਂਦੇ ਸਨ। ਬੀਬੀਆਂ ਕਹਿੰਦੀਆਂ ਸਨ ਤੋੜ ਲਓ ਅੱਜ ਕਣਕ ਨਵੀਂ ਕਰ ਲਈਏ, ਉਹਨੂੰ ਪੀ ਲੈਣਾ ਜਾਂ ਉਹਨੂੰ ਖਾਣ ਵਿੱਚ ਇਹਨੂੰ ਵਰਤ ਲਈਏ। ਹੁਣ ਤਾਂ ਵਿਸਾਖੀ ਤੱਕ ਤਕਰੀਬਨ ਮੇਰਾ ਖਿਆਲ ਹੈ ਅੱਧੋ ਜ਼ਿਆਦਾ ਕਣਕ ਸਮੇਟੀ ਜਾਂਦੀ। ਉਦੋਂ ਜਿਹੜੀ ਦਾਤਰੀ ਸੀ, ਵਾਢੀ ਸੀ, ਤੇ ਮੈਂ ਜਿਹੜੇ ਲਫ਼ਜ਼ ਜਿੰਨੇ ਵਰਤ ਰਿਹਾ, ਭਾਵੇਂ ਤੁਸੀਂ ਪੜ੍ਹੇ ਲਿਖੇ ਸੱਜਣ ਕਹੋਗੇ ਭਾਈ ਸਾਹਿਬ ਪੁਰਾਣੀਆਂ ਗੱਲਾਂ ਕਰਦੇ ਆ, ਤੁਸੀਂ ਜਿੰਨੀ ਮਰਜ਼ੀ ਅੰਗਰੇਜ਼ੀ ਪਰਸ਼ੀਅਨ ਹਿੰਦੀ ਜੋ ਮਰਜ਼ੀ ਲੈ ਲਓ, ਪਰ ਯਾਦ ਰੱਖਿਓ ਇਹਨਾਂ ਪੁਰਾਣੇ ਸ਼ਬਦਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨਹੀਂ ਹੋਣੀ। ਇਸ ਕਰਕੇ ਪੁਰਾਤਨਤਾ ਨੂੰ ਛੱਡੋ ਨਾ। ਠੀਕ ਹੈ ਨਵੀਨਤਾ ਆਈ ਹੈ, ਨਵੀਨਤਾ ਦੇ ਖਾਣੀ ਬਣੋ, ਪਰ ਪੁਰਾਤਨਤਾ ਨੂੰ ਛੱਡ ਕੇ ਧਰਮ ਗ੍ਰੰਥ ਦੀ ਵਿਆਖਿਆ ਨਹੀਂ ਹੋ ਸਕੇਗੀ। ਫਿਰ ਅਰਜ਼ ਕਰਾਂਗਾ ਵੈਸਾਖ ਦਾ ਅੱਧਾ ਮਹੀਨਾ ਬਸੰਤ ਦਾ ਹੈ। ਹਰ ਪਾਸੇ ਹੋਣਾ ਮੈਂ ਆ ਰਿਹਾ ਸਾਂ, ਤੁਸੀਂ ਦੇਖਿਓ ਬਾਹਰ ਕਰੂੰਬਲਾਂ ਨਿਕਲਦੀਆਂ ਪਈਆਂ ਰੁੱਖਾਂ ਦੀਆਂ, ਹਨ ਕਿੰਨੀਆਂ ਕੋਮਲ ਲੱਗਦੀਆਂ ਨੇ। ਉਹਨਾਂ ਨੂੰ ਕਿਸੇ ਮੇਕਅਪ ਕੀਤਾ, ਕਿਸੇ ਨੇ ਸ਼ਿੰਗਾਰ ਥੋੜਾ ਕੀਤਾ ਉਹਨਾਂ ਦਾ। ਤੇ ਗੁਰੂ ਨਾਨਕ ਸਾਹਿਬ ਬਸ ਇਉਂ ਕਹਾਂਗਾ, ਇਸ ਰੁੱਖ ਦੇ ਥੱਲੇ ਖਲੋ ਕੇ ਇੰਨੀ ਤੋਕੀ ਪੜ ਲੈ, ਵੈਸਾਖ ਭਲਾ ਸਾਖਾ ਵੇਸ ਕਰੇ। ਕਿੰਨੀਆਂ ਕੋਮਲ ਲਗਰਾਂ ਸ਼ਬਦ ਵਰਦੇ ਸਨ। ਕੋਮਲ ਕੋਮਲ ਕਰੂੰਬਲਾਂ ਬਾਹਰ ਨਿਕਲਦੀਆਂ ਨੇ। ਤੁਸੀਂ ਖੱਤ ਲਾਉਂਦੇ ਹੋ ਜਿਵੇਂ ਨਿੱਕਾ ਨਵ ਜੰਮਿਆ ਸ਼ਿਸ਼ੂ ਹੈ। ਮਹਾਰਾਜ ਦੇਖਦੇ ਆ ਵੀ ਰੁੱਖ ਇੰਨਾ ਸੋਹਣਾ ਸ਼ਿੰਗਾਰ ਕਰ ਲਿਆ ਤੂੰ। ਕਹਿਣ ਲੱਗੇ ਰੁੱਖ ਨੂੰ ਦੇਖ ਕੇ ਅੰਦਰੋਂ ਇੱਕ ਚੀਜ਼ ਨਿਕਲੀ, ਇਹ ਵੀ ਵੈਸਾਖੀ ਹੈ ਕਿ ਹੇ ਪ੍ਰਮਾਤਮਾ, ਆਹ ਰੇਖ ਰੁੱਖ, ਇਹਦੇ ਤੇ 2-3 ਮਹੀਨੇ ਪਹਿਲਾਂ ਪੱਤ ਝੜ ਸੀ, ਸੁੱਕਿਆ ਪਿਆ ਸੀ, ਕੋਈ ਪੱਤਾ ਨਹੀਂ ਸੀ, ਸਿਰਫ ਟਾਹਣੀਆਂ ਸਨ। ਇਹਦੇ ਤੇ ਦੁਬਾਰਾ ਫਿਰ ਬਸੰਤ ਆ ਗਈ, ਨਵੇਂ ਪੱਤੇ, ਨਵੀਆਂ ਕਰੂੰਬਲਾਂ, ਨਵਾਂਪਣ ਇਹਦੇ ਤੇ ਆ ਗਿਆ। ਤੇ ਮੈਂ ਇਸ ਕਰਕੇ ਰੋ ਕੇ ਕਹਿੰਦੀ ਹਾਂ, ਇਹਦੇ ਘਰ ਵਿੱਚ ਖੇੜਾ ਆ ਗਿਆ, ਇਹਦੀਆਂ ਕਰੂੰਬਲਾਂ ਨੇ ਸ਼ਿੰਗਾਰ ਕਰ ਲਿਆ। ਤੂੰ ਮੇਰੇ ਘਰ ਵਿੱਚ ਆ ਜਾ, ਮੇਰਾ ਘਰ ਵੀ ਬਸੰਤ ਵਿੱਚ ਸਖਣਾ ਪਿਆ ਹੈ। ਇਸ ਫਿਰ ਬੇਨਤੀ ਸੁਣਿਓ, ਵੈਸਾਖ ਭਲਾ ਸਾਖਾ ਵੇਸ਼ ਕਰੇ। ਸ਼ਖਾਵਾਂ ਟਾਹਣੀਆਂ ਜਿਹੜੀਆਂ ਨੇ ਸ਼ਿੰਗਾਰ ਕਰ ਰਹੀਆਂ ਨੇ,
ਤੇ ਬੇਨਤੀ ਹੈ ਤੁਸੀਂ ਘਰ ਚ ਆ ਜਾਓ। ਵੈਸਾਖ ਭਲਾ ਸਾਖਾ ਵੇਸ਼ ਕਰੈ, ਧਨ ਦੇਖੈ ਹਰ ਦੁਆਰ, ਧਨ ਦਰ ਤੇ ਇਸਤਰੀ ਬੂਹੇ 'ਚ ਖਲੋਤੀ ਜੀਵ ਆਤਮਾ ਪੁਕਾਰ ਰਹੀ ਹੈ। ਕਿੰਨੀਆਂ ਵਿਸਾਖੀਆਂ ਲੰਘ ਗਈਆਂ, ਐਸ ਵਿਸਾਖੀ ਤੇ ਘਰ ਆ ਜਾ। ਧਨ ਦੇਖੈ ਹਰ ਦੁਆਰ, ਆਵੋ ਦਇਆ ਕਰੇ, ਦਇਆ ਕਰਕੇ ਹਿਰਦੇ ਵਿੱਚ ਆ ਜਾਓ। ਘਰ ਆਓ ਪਿਆਰੇ ਦੁੱਤਰ ਤਾਰੇ, ਮੇਰੇ ਹਿਰਦੇ ਘਰ ਚ ਆ ਜਾਓ। ਦੁੱਤਰ ਦਰ ਤੇ ਮੁਸ਼ਕਲ, ਜਿਹੜਾ ਭਵ ਸਾਗਰ ਤਰਿਆ ਨਹੀਂ ਜਾਣਾ। ਘਰ ਆਵੋ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ, ਤੇਰੇ ਤੋਂ ਬਿਨਾ ਮੇਰੀ ਅੱਧੀ ਕੌਡੀ ਜਿੰਨੀ ਕੀਮਤ ਨਹੀਂ। ਮੈਂ ਕੀ ਕਰਾਂਗਾ ਧਨ ਪਦਾਰਥਾਂ ਨੂੰ ਜੇ ਤੂੰ ਹੀ ਘਰ ਵਿੱਚ ਨਹੀਂ ਆਇਆ। ਆਹ ਹੈ ਵਿਸਾਖੀ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਜੇ ਤੈਨੂੰ ਚੰਗਾ ਲੱਗ ਜਾ ਤੇ ਮੇਰੀ ਕੋਈ ਕੀਮਤ ਨਹੀਂ ਪਾ ਸਕਦਾ, ਮੈਂ ਅਮੋਲਕ ਹੋ ਜਾਵਾਂਗਾ। ਤੂੰ ਆ ਤਾਂ ਸਹੀ ਇੱਕ ਵਾਰੀ। ਮੈਂ ਸੋਚਣਾ ਪਹਿਲੇ ਜਾਮੇ 'ਚ ਇਹ ਕਿਹਾ ਤੁਧ ਬਿਨ ਅੱਡ ਨਾ ਮੋਲੋ। ਖਾਲਸਾ ਜੀ ਇਹ ਠੀਕ ਹੈ, ਸਾਡੀਆਂ ਕੌਮੇ ਨੇ ਕਹਿ ਦਿੱਤਾ ਜਾਤਾਂ ਦੇ ਆਧਾਰ ਤੇ ਫਲਾਣਾ ਸਿੱਖ ਫਲਾਣਾ ਸਿੱਖ। ਸੱਚੇ ਪਾਤਸ਼ਾਹ ਉਸ ਧਰਤੀ ਤੇ ਅਸੀਂ ਰੁਲ ਜਾਣਾ ਸੀ, ਸਾਡੀ ਕੋਈ ਕੀਮਤ ਨਹੀਂ ਸੀ। ਤੁਸੀਂ ਸੱਚ ਦੱਸੋ ਕਿ ਝੂਰ ਨੂੰ ਕੋਈ ਮੰਜੇ ਤੇ ਬਹਿ ਕੇ ਰੋਟੀ ਖਾਣ ਦਿੰਦਾ ਸੀ? ਨਾਈ ਦੇ ਭਾਂਡੇ ਵੱਖਰੇ ਸਨ, ਚਮਾਰ ਦੇ ਭਾਂਡੇ ਵੱਖਰੇ ਸਨ। ਵੈਗਰੂ ਮੈਂ ਜਾਤ ਤੂੰ ਭੰਡ ਨਹੀਂ ਰਿਹਾ, ਤੇਰੇ ਤੋਂ ਬਿਨਾ ਸਾਡੀ ਕੋਈ ਕੀਮਤ ਨਹੀਂ। ਤੂੰ ਇੰਨੀ ਵੱਡੀ ਵਿਸਾਖੀ ਵਾਲੇ ਦਿਨ ਮਿਹਰ ਕੀਤੀ। ਉਸੇ ਬਾਟੇ ਵਿੱਚ ਉਹਨੇ ਭਾਈ ਸਾਹਿਬ ਦੱਸ ਰਹੇ ਸਨ ਜਦੋਂ ਅਸੀਂ ਉਤਰੇ ਵੀ ਅੰਮ੍ਰਿਤ ਤਿਆਰ ਕੀਤਾ, ਉਸੇ ਬਾਟੇ ਨੂੰ ਮੂੰਹ ਲਾ ਕੇ ਭਾਈ ਦਇਆ ਰਾਮ ਅੰਮ੍ਰਿਤ ਛਕ ਕੇ ਦਇਆ ਸਿੰਘ ਬਣ ਗਿਆ ਖੱਤਰੀ। ਉਸੇ ਬਾਟੇ ਨੂੰ ਭਾਈ ਧਰਮਚੰਦ ਜਾਟ ਨੇ ਮੂੰਹ ਲਾਇਆ, ਉਸੇ ਨੂੰ ਭਾਈ ਹਿੰਮਤ ਚੰਦ ਝੂਰ ਨੇ ਮੂੰਹ ਲਾਇਆ, ਉਸੇ ਨੂੰ ਮੋਕਮ ਚੰਦ, ਉਸੇ ਨੂੰ ਸਹਿਬ ਚੰਦ ਨੇ। ਪਿਆਰਿਓ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਸੀ, ਮੇਰੇ ਗੁਰੂ ਗੋਬਿੰਦ ਸਿੰਘ ਜਦੋਂ ਤੂੰ ਅੰਮ੍ਰਿਤ ਦੀ ਦਾਤ ਦਿੱਤੀ, ਉਹਨਾਂ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ, ਉਹ ਲੱਖਾਂ ਦੇ ਬਣ ਗਏ, ਅਮੋਲਕ ਨੇ। ਫਿਰ ਮੇਰੀ ਬੇਨਤੀ ਸੁਣਿਓ, ਮੈਂ ਤਾਂ ਅੱਜ ਥੋੜਾ ਜਿਹਾ ਵੱਖਰਾ ਕੀਤਾ ਵੀ ਵੈਸਾਖੀ ਨੂੰ ਗੁਰੂ ਨਾਨਕ ਤੋਂ ਸ਼ੁਰੂ ਕਰਿਓ। ਵੈਸਾਖ ਭਲਾ ਸਾਖਾ ਵੇਸ਼ ਕਰੈ, ਧਨ ਦੇਖੈ ਹਰ ਦੁਆਰ, ਆਵੋ ਦਇਆ ਕਰੇ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਮੈਂ ਉਹਦੀ ਕੀਮਤ ਪੈ ਹੀ ਨਹੀਂ ਸਕਦੀ। ਮੇਰੇ ਗੁਰੂ ਨੇ ਦੇਖਿਆ ਫਿਰ ਦਿਖਾ ਦਿੱਤਾ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਗੁਰਮੁਖੋ ਸਾਰੇ ਅਰਦਾਸ ਕਰੀਏ, ਨਾਨਕ ਵੈਸਾਖੀ ਪ੍ਰਭ ਪਾਵੈ, ਜਿਹਨੂੰ ਵਿਸਾਖੀ ਵਾਲੇ ਦਿਨ ਰੱਬ ਲੱਭ ਜਾਏ। ਸੱਚੀ ਉਹਦੇ ਲਈ ਵਿਸਾਖੀ ਹੈ। ਨਾਨਕ ਵੈਸਾਖੀ ਪ੍ਰਭ ਪਾਵੈ, ਪ੍ਰਭੂ ਪਾਲੈ, ਸੁਰਤ ਸ਼ਬਦ ਮਨ ਮਾਨਾ। ਜਿਹਦੀ ਸੁਰਤ ਸ਼ਬਦ ਵਿੱਚ ਚੁੱਭ ਜਾਏ ਪਿਆਰਿਓ, ਉਹੀ ਫਿਰ ਖਾਲਸਾ ਬਣਦਾ ਪਿਆ ਹੈ। ਮੈਂ ਆਪ ਨੂੰ ਬੇਨਤੀ ਕੀਤੀ, ਖਾਲਸਾ ਪਿਓਰ ਵੀ ਹੈ, ਖਾਲਸੇ ਦਾ ਸੰਬੰਧ ਸਿੱਧਾ ਰੱਬ ਨਾਲ ਹੈ। ਪਰ ਇਹ ਗੱਲ ਚੇਤੇ ਰੱਖਿਓ, ਖਾਲਸਾ ਕਿਸੇ ਤੋਂ ਨਫ਼ਰਤ ਨਹੀਂ ਕਰਦਾ। ਖਾਲਸਾ ਹੇਟਲੈਸ ਹੈ, ਨਫ਼ਰਤ ਨਿੰਦਿਆ ਨਹੀਂ ਕਰਦਾ। ਖਾਲਸਾ ਸੋ ਜੋ ਨਿੰਦਾ ਤਿਆਗੈ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ, ਭਾਈ ਨੰਦ ਲਾਲ ਜੀ ਨੇ। ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਅਗਲੀ ਬੇਨਤੀ ਮੈਂ ਸਿੱਖ ਕਰਕੇ ਸਮਾਪਤੀ ਕਰ ਦੇਣਾ। ਇਹ ਵਾਹਿਗੁਰੂ ਜੀ ਕਾ ਖਾਲਸਾ ਬਣਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ। ਪਿਛਲੇ ਦਿਨੀ ਜਦੋਂ ਮੈਂ ਘਰ ਕਥਾ ਕਰ ਰਿਹਾ ਸਾਂ, ਇੱਕ ਬਜ਼ੁਰਗ ਸਨ, ਮੇਰਾ ਖਿਆਲ ਉਹਨੇ ਫੋਨ ਕੀਤਾ, ਉਹਨਾਂ ਚੁੱਕਿਆ ਨਹੀਂ। ਬੜੀ ਵਾਰੀ 85 ਸਾਲ ਤੋਂ ਵੱਧ ਉਹਨਾਂ ਦੀ ਉਮਰ ਸੀ। ਉਹ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ ਅੰਮ੍ਰਿਤਸਰ। ਕਥਾ ਤੋਂ ਬਾਅਦ ਤਕਰੀਬਨ ਮੈਨੂੰ ਰੋਜ਼ ਸੰਗਤ ਵਿੱਚੋਂ ਫੋਨ ਆਉਣੇ ਕਰਨੇ, ਭਾਈ ਸਾਹਿਬ ਇਸ ਤਰ੍ਹਾਂ ਨਹੀਂ, ਅੱਜ ਇਸ ਤਰ੍ਹਾਂ, ਬਹੁਤ ਕੁਝ ਮੈਂ ਕਿਹਾ ਸਿੱਖਣ ਨੂੰ ਮਿਲਿਆ। ਉਹਨਾਂ ਮੈਨੂੰ ਫੋਨ ਕੀਤਾ ਤੇ ਕਹਿੰਦੇ ਆ ਵੀ ਗਿਆਨੀ ਜੀ, ਜਦੋਂ ਤੁਸੀਂ ਪਰਸ਼ੀਅਨ ਬੋਲਦੇ ਹੋ ਨਾ, ਫਾਰਸੀ ਬੋਲਦੇ ਹੋ, ਤੁਸੀਂ ਗੁਰਮੁਖੀ ਸਕ੍ਰਿਪਟ ਚੋਂ ਪੜ੍ਹ ਕੇ ਬੋਲਦੇ ਹੋ। ਮੈਂ ਕਿਹਾ ਜੀ ਬਿਲਕੁਲ। ਕਹਿੰਦੇ ਨੇ ਮੈਂ ਫਾਰਸੀ ਦੀ MA ਕੀਤੀ ਹੋਈ ਹੈ। ਤੇ ਮੈਨੂੰ ਬੜਾ ਚੰਗਾ ਲੱਗਾ, ਕਿਉਂਕਿ ਜੇ ਹੁਣ ਮੈਂ ਸੁਣਾਵਾਂ ਤੇ ਉਹਦਾ ਨਾਮ ਲੁਕਾ ਦਿਆਂ ਤੇ ਇਹ ਵੀ ਪਾਪ ਹੈ। ਉਹਨਾਂ ਨਾਮ ਸਰਦਾਰ ਗੁਰਨਾਮ ਸਿੰਘ ਜੀ। ਮੈਨੂੰ ਕਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਮਤਲਬ ਕੀ ਹੈ, ਕਿਉਂ ਹੈ? ਮੈਂ ਸਿੱਧੇ ਜਿਹੇ ਸ਼ਬਦ ਅਰਥ ਕੀਤੇ ਜੀ। ਇਹਦਾ ਅਰਥ ਜੋ ਆਪਾਂ ਕਰਨੇ ਹੁੰਦੇ ਆ, ਸਿਮਰਨ ਤੇ ਸਮਰਪਣ। ਵਾਹਿਗੁਰੂ ਜੀ ਕਾ ਖਾਲਸਾ ਹੈ, ਇਹਦਾ ਮਤਲਬ ਖਾਲਸਾ ਵਾਹਿਗੁਰੂ ਜੀ ਦਾ, ਤੇ ਖਾਲਸਾ ਸੰਘਰਸ਼ੀਲ ਹੈ।
ਤੇ ਖਾਲਸਾ ਮਰਦਾ ਕਦੇ ਨਹੀਂ। ਠੀਕ ਹੈ, ਮੇਰੇ ਸਰੀਰ ਨਾਲ ਖਾਲਸਾ ਲਾ ਦਿਓਗੇ, ਮੈਂ ਮਰ ਜਾਗਾ, ਪਰ ਖਾਲਸੇ ਦੀ ਸਪੀਡ ਥੋੜਾ ਮਰਨੀ ਹੈ। ਹੁਣ ਮੈਂ ਗਿਆ ਉੱਥੇ ਕਿਸਾਨ ਮੋਰਚੇ ਦੇ ਵੀ 2-3 ਵਾਰੀ, ਮੈਂ ਉੱਥੇ ਵੀ ਕਿਹਾ ਕਿ ਯਾਦ ਰੱਖਿਓ, ਭਾਵੇਂ ਵੱਖ-ਵੱਖ ਜਥੇਬੰਦੀਆਂ ਜੋ ਮਰਜ਼ੀ ਨੇ, ਪਰ ਸਪਿਰਿਟ ਅੰਦਰ ਸਿੱਖੀ ਦੀ ਲੜਦੀ ਪਈ ਹੈ। ਹੁਣ ਉਹ ਖਾਲਸਾ ਲਫ਼ਜ਼ ਕਿਸੇ ਬੰਦੇ ਨਾਲ ਲੱਗਾ, ਵਜੂਦ ਖਤਮ ਹੋਵੇਗਾ। ਫਿਰ ਬੇਨਤੀ ਸੁਣਿਓ, 10 ਪਾਤਸ਼ਾਹੀਆਂ ਦੇ ਤਨ ਬਣੇ, ਤਨ ਜ਼ਰੂਰ ਬਿਨਸੇ ਅਸੀਂ ਜੋਤੀ ਜੋਤ ਬਣਾਉਂਦੇ ਹਾਂ, ਪਰ ਜਿਹੜੀ ਅੰਦਰ ਵਾਲੀ ਜੋਤ ਉਹ ਦੂਜੇ ਤੋਂ ਬਾਅਦ ਖਤਮ ਹੋ ਗਈ, ਉਹ 10 ਤੋਂ ਬਾਅਦ ਖਤਮ ਹੋ ਗਈ। ਜਿਵੇਂ ਗੁਰੂ ਦੀ ਦਿੱਤੀ ਹੋਈ ਜੋਤ, ਗੁਰੂ ਦੀ ਜੋਤ 10 ਜਾਮਿਆਂ ਤੋਂ ਬਾਅਦ ਵੀ ਸ਼ਬਦ ਰੂਪ ਵਿੱਚ ਜੁਗੋ ਜੁਗ ਅਟਲ ਹੈ। ਖਾਲਸਾ ਉਹ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਹੈ ਜਿਹੜੀ ਘੱਲੂ ਘਾਰਿਆਂ ਵਿੱਚ ਹਜ਼ਾਰਾਂ ਸਿੱਖਾਂ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਮਰਦੀ ਕੋਈ ਨਹੀਂ। ਮੇਰੀ ਬੇਨਤੀ ਫਿਰ ਸਮਝਿਓ, ਖਾਲਸਾ ਸ਼ਬਦ ਮੈਂ ਕਿਹਾ ਜੀ ਅਸੀਂ ਸਿੱਧੇ ਅਰਥ ਕਰਨੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ। ਵਾਹਿਗੁਰੂ ਉਹਨਾਂ ਗੱਲ ਮੈਨੂੰ ਬੜੀ ਸੋਹਣੀ ਕਹੀ, ਪਰ ਮੈਂ ਕਿਤੇ ਪੜ੍ਹੀ ਨਹੀਂ ਸੀ। ਕਹਿੰਦੇ ਨੇ ਅਸਲ 'ਚ ਜਦੋਂ ਮੁਗਲ ਆ ਰਹੇ ਨੇ, ਆਪ ਸਭ ਨੂੰ ਪਤਾ ਲੋਧੀਆਂ ਦੇ ਰਾਜ ਵੇਲੇ ਹਜ਼ੂਰ ਦਾ ਆਗਮਨ ਹੋਇਆ, ਗੁਰੂ ਨਾਨਕ ਸਾਹਿਬ ਦਾ। ਇਹ ਜਦੋਂ ਹਮਲਾ ਕਰਦੇ ਸਨ ਤੇ ਸ਼ਬਦ ਕਹਿੰਦੇ ਹੁੰਦੇ ਸਨ, ਖਮ ਦੋਏ ਅੱਲਾ ਫਤਿਹ ਕਰੀਬ। ਸੁਣਿਓ ਇਸ ਨੂੰ, ਇਹ ਕਹਿੰਦੇ ਨੇ ਜਦੋਂ ਇਹਨਾਂ ਦੀ ਫੌਜ ਕਿਤੇ ਢਹਿੰਦੀ ਕਲਾ ਜਾਂਦੀ ਸੀ ਵੀ ਕਿਵੇਂ ਕਰਾਂਗੇ, ਅਸੀਂ ਲੜ ਨਹੀਂ ਸਕਦੇ, ਤੇ ਪਿੱਛੋਂ ਆਵਾਜ਼ ਦੇ ਕੇ ਕਹਿੰਦੇ ਸਨ ਖਮ ਦੋਏ ਅੱਲਾ। ਹਮਦ ਅਰਥ ਅਸੀਂ, ਇੱਕ ਆਪਣੀ ਸਾਡੀ ਤਾਕਤ, ਦੋਏ ਅੱਲਾ ਦੂਜਾ ਰੱਬ ਸਾਡੇ ਨਾਲ ਹੈ, ਅੱਲਾ ਸਾਡੇ ਨਾਲ ਹੈ। ਹਮ ਦੋਏ ਅੱਲਾ ਫਤਿਹ ਕਰੀਬ, ਇੱਕ ਅੱਲਾ ਤੇ ਦੂਜੇ ਅਸੀਂ, ਜਾਂ ਅਸੀਂ ਤੇ ਦੂਜਾ ਅੱਲਾ, ਫਤਿਹ ਸਾਡੇ ਬਿਲਕੁਲ ਨਜ਼ਦੀਕ ਹੈ, ਕਰੀਬ ਹੈ। ਗੁਰੂ ਨੇ ਦੇਖਿਆ, ਕਹਿਣ ਲੱਗੇ ਖਮ ਸ਼ਬਦ ਵੀ ਈਗੋ ਵਾਲਾ ਹੈ, ਉਹਨੇ ਕੱਟ ਕੇ ਰੱਖ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕਾ ਹੈ। ਤੇ ਜਦੋਂ ਖਾਲਸੇ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਫਤਿਹ ਮਿਲੇਗੀ, ਖਾਲਸਾ ਫਤਿਹ ਆਪਣੇ ਨਾਮ ਨਾਲ ਨਹੀਂ ਜੋੜੇਗਾ, ਇਹ ਵਾਹਿਗੁਰੂ ਜੀ ਕੀ ਫਤਿਹ ਬਣਾਏਗਾ। ਫਿਰ ਬੇਨਤੀ ਦੇਖੋ, ਗੱਲ ਕਿੰਨੀ ਸੋਹਣੀ, ਹਮ ਸ਼ਬਦ ਵਿੱਚੋਂ ਕੱਢ ਦਿੱਤਾ। ਇਹ ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਕੀ ਫਤਿਹ ਹੈ। ਸਤਿਗੁਰਾਂ ਨੇ ਸਾਨੂੰ ਖਾਲਸਾ ਲਫ਼ਜ਼ ਬਹੁਤ ਪਵਿੱਤਰ, ਬਹੁਤ ਉੱਚਾ, ਇੱਥੋਂ ਤੱਕ ਭਾਈ ਸੰਤੋਖ ਸਿੰਘ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਖਾਲਸਾ ਮੈਂ ਤੈਨੂੰ ਖਾਲਸਾ ਬਣਾਇਆ, ਤੂੰ ਗੁਰੂ ਨੂੰ ਹੁਣ ਖਾਲਸਾ ਬਣਾ, ਜਿਹਨੂੰ ਆਪੇ ਗੁਰਚੇਲਾ ਕਹਿੰਦੇ। ਖਾਲਸਾ ਗੁਰੂ, ਗੁਰੂ ਖਾਲਸਾ ਕरूँ मैं अब। फिर बेनती, महाराज ने अपने लिए अमृत मंगया, खालसा गुरु, गुरु खालसा करूँ अब मैं अब, जैसे गुरु नानक जी अंगद को कीनियो। फिर लफ्ज जी, गुरु ने खालसा बनाया, खालसे ने फिर गुरु नू खालसा बनाया। खालसा गुरु, गुरु खालसा करूँ मैं अब, जैसे गुरु नानक जी अंगद को कीनियो। शंक ना करीजै, सावधान होए दीजै, अब अमृत छकावो मोहे, जैसे तुम लीदियो। ਇਹ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਖਾਲਸਾ ਪੰਥ ਦੀ ਸਿਰਜਣਾ, ਉਂਝ ਨਿਰਮਲ ਪੰਥ, ਇੱਕ ਉੱਤਮ ਪੰਥ। ਮੇਰੇ ਮਨ 'ਚ ਬੜਾ ਸੀ ਵੀ, ਕਿਉਂਕਿ ਬੱਚਿਆਂ ਦੇ ਮਨ 'ਚ ਹੁੰਦਾ ਆਮ ਤੌਰ ਤੇ ਪਰਮ ਭੁਲਾਇਆ ਜਾਂਦਾ, ਨਹੀਂ ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਚੱਕ ਲਈ, ਗੁਰੂ ਗੋਬਿੰਦ ਸਿੰਘ। ਗੁਰਮੁਖੋ, ਅਕਾਲ ਉਸਤਤ ਦੀ ਬਾਣੀ ਦਾ ਕਿਤੇ ਪਾਠ ਕਰਕੇ ਟੇਕ ਕੇ ਦੇਖਿਓ, ਜਿੰਨੀ ਗੁਰੂ ਗੋਬਿੰਦ ਸਿੰਘ ਸਰਬ ਵਿਆਪਕ ਰੱਬ ਦੀ ਬਾਤ ਕਰਦਾ ਹੈ, ਕੁਰਬਾਨ ਕੁਰਬਾਨ ਜਾਈਏ ਸਤਿਗੁਰੂ ਤੋਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਝੋਲੀ 'ਚ ਦਾਤ ਪਾਈ, ਅੰਮ੍ਰਿਤਧਾਰੀ ਹੋਈਏ, ਜਿਨ੍ਹਾਂ ਅੰਮ੍ਰਿਤ ਛਕਿਆ। ਵੱਧ ਤੋਂ ਵੱਧ ਬਾਣੀ ਦਾ ਅਭਿਆਸ ਕਰੀਏ, ਸਿਮਰਨ ਦਾ, ਨਾਮ ਦਾ। ਸਤਿਗੁਰੂ ਰਹਿਤ ਦਾ ਦਾਤਾ ਹੈ, ਉਸ ਅੱਗੇ ਬੇਨਤੀ ਹੈ ਕਿ ਸਾਨੂੰ ਕਿਰਪਾ ਕਰਿਓ, ਭਜਨ ਬੰਦਗੀ ਸਿਮਰਨ ਰਹਿਤ ਦੀ ਦਾਤ ਬਖਸ਼ੋ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਮੇਰੇ ਮਨ 'ਚ ਵੀ ਸੰਗਤ ਸਵਾਈ ਜੀ ਅਜ ਹੋਵੇਗੀ, ਕਿਉਂਕਿ ਇੰਡੀਆ ਵਿੱਚ ਭਾਵੇਂ ਬਹੁਤ, ਉੱਥੇ ਡਰਦੇ ਦੁਰਦੇ ਕੋਈ ਨਹੀਂ ਜਿਹਨੇ। ਹਾਂਜੀ, ਉਹ ਦਰਬਾਰ ਸਾਹਿਬ ਜਾਓ, ਲਾਂਦੀ ਕਹਿੰਦੇ ਮਾਸਕ ਥੱਲੇ ਲਾ, ਵੀ ਗੁਰੂ ਤੇ ਭਰੋਸਾ ਨਹੀਂ। ਮੈਂ ਇਹ ਨਹੀਂ ਕਹਿੰਦਾ ਹੈ ਬਿਮਾਰੀ, ਕੋਈ ਸ਼ੱਕ ਨਹੀਂ ਬਿਮਾਰੀ ਬੜੀ ਜੇ, ਪਰ ਉੱਥੇ ਇੰਨਾ ਕੁ ਡਰਾ ਦਿੱਤਾ ਸੀ, ਸਵੇਰੇ ਡਰ ਲੱਗਦਾ ਸੀ ਕਿਤੇ ਬੁਰਸ਼ ਵਿੱਚ ਨਹੀਂ ਕਰੋਨਾ ਬੈਠਾ ਹੋਇਆ। ਮੈਂ ਆਪ ਏਅਰਪੋਰਟ ਤੇ ਦੇਖਿਆ ਜੀ, ਅਸੀਂ ਉਤਰੇ, ਚਲੋ ਇਹ ਗੱਲਾਂ ਲਾਈਵ ਨਹੀਂ ਕਰਨ ਵਾਲੀਆਂ, ਉਹ ਇਮੀਗ੍ਰੇਸ਼ਨ ਡਰਾ ਲਿਆ, अब तो आप खत्म हो जाओगे, अब तो घर भी नहीं पहुंच सकोगे। मैं कहना बीमारी है,
ਤੇ ਇਸੇ ਕਰਕੇ ਆਪਾਂ ਕਥਾ ਘਰੋਂ ਸ਼ੁਰੂ ਕੀਤੀ ਸੀ। ਬਿਮਾਰੀ ਇੱਕ ਦੁੱਖ ਹੈ, ਦੁੱਖ ਨੂੰ ਵੇਖ ਵੇਖ ਕੇ ਢੇਰੀ ਢਾ ਕੇ ਪਹਿਲੀ ਮਰ ਜਾਣਾ, ਇਹ ਵੱਡਾ ਦੁੱਖ ਹੈ। ਅੰਦਰ ਜਿਹੜਾ ਭੈਕ ਹੈ, ਸਤਿਗੁਰੂ ਕਿਰਪਾ ਕਰੇ ਕੱਲ ਤੋਂ, ਇਹ ਸਵੇਰ ਤੋਂ ਵੀ ਗੁਰਮੁਖਾਂ ਕਿਹਾ ਵੀ ਅੱਧਾ ਘੰਟਾ ਸੰਗਤ ਘਰ ਵਿੱਚ ਬਹੁਤ ਬੈਠ ਕੇ ਸੁਣਦੀ ਹੈ। ਮੈਂ ਯਤਨ ਕਰਾਂਗਾ ਜੀ। ਵਾਹਿਗੁਰੂ ਤੰਦਰੁਸਤੀ ਬਖਸ਼ੇ। ਸੰਧਿਆ ਵੇਲੇ ਮੇਰੀ ਬੇਨਤੀ, ਆਪ ਸਾਰੇ ਆਇਓ, ਕਿਉਂਕਿ ਮੈਂ ਵੀ 2 ਸਾਲ ਬਾਅਦ ਆਇਆ ਤੇ ਭਾਵੇਂ ਘਰ ਮੈਂ ਕਥਾ ਕੱਲਾ ਕਰਦਾ ਰਿਹਾ, ਪਰ ਉਹ ਰਸ ਨਹੀਂ ਸੀ ਅੰਦਰ ਅੰਦਰ ਸੁੱਕਾ ਰਹਿੰਦਾ ਸੀ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਤੇਗ ਬਹਾਦਰ ਸਾਹਿਬ ਦਾ ਪੁਰਬ ਆ ਰਿਹਾ ਤੇ ਕਮਾਲ ਦੀ ਗੱਲ 400 ਸਾਲਾ ਮਨਾਣਾ ਵੀ ਇੱਥੇ ਵੇ ਆਪਾਂ, ਤੇ ਆਪਾਂ ਉਹਨੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ, ਉਹਨਾਂ ਦੀ ਬਾਣੀ ਦੀ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ